ਹੱਥ ਨੇ ਰਾਤ ਨੂੰ ਰਹਿ ਕੇ ਤਾਂ ਦੇਖੋ ਵੀ ਸੜਕ ਤੇ ਪੈ ਕੇ ਕਿਵੇਂ ਲੱਗਦਾ ਹੈਗਾ, ਠੰਡ ਕਿੰਨੀ ਹੈ ਉੱਥੇ, ਕੱਪੜੇ ਮੀਂਹ ਪੈਂਦਾ ਹੈਗਾ। ਹੁਣ ਠੰਡ 'ਚ ਮੀਂਹ ਪੈ ਜਾਊ ਆਪਾਂ ਤਾਂ ਰਜਾਈ 'ਚ ਨਹੀਂ ਬੈਠਿਆ ਜਾਂਦਾ ਹੈਗਾ ਉੱਥੇ। ਹੁਣ ਆਪਾਂ ਨੂੰ ਇਹ ਸਰਕਾਰ ਨੂੰ ਚਾਹੀਦਾ ਵੀ ਜੇ ਤੁਸੀਂ ਸਾਥ ਨਹੀਂ ਦੇ ਸਕਦੇ ਘੱਟੋ ਘੱਟ ਮਾੜਾ ਤਾਂ ਨਾ ਦਿਓ ਨਾ ਉਹਨਾਂ ਨੂੰ। ਕਾਨੂੰਨ ਦੇ ਵਿੱਚ ਵੇਖੋ ਕਿ ਇੱਥੋਂ ਜਿੰਸ ਲੈ ਕੇ ਕਿਸਾਨ ਤੇ ਆਪਣੀ ਮੰਡੀ ਤੱਕ ਬੜਾ ਔਖਾ ਲਿਆਉਂਦਾ, ਉਹ ਕਿੱਥੇ ਜਾ ਕੇ ਬੰਬੇ ਜਾਂ ਹੋਰ ਕਿਤੇ ਦੂਸਰੇ ਇਲਾਕੇ ਦੂਰ ਸੂਬਿਆਂ 'ਚ ਕਿੱਦਾਂ ਵੇਚੂਗਾ ਇਹਨਾਂ ਪਰ। ਹੁਣ ਅੜੇ ਪਏ ਆ ਜੀ, ਨਰਿੰਦਰ ਮੋਦੀ ਜੀ ਆਪਣੀ ਗੱਲ ਤੇ ਅੜੇ ਪਏ ਆ। ਉਹਨਾਂ ਨੂੰ ਇਹ ਹੈ ਕਿ ਉਹਨਾਂ ਪਿੱਛੇ ਨਹੀਂ ਹਟਣਾ ਚਾਹੁੰਦੇ, ਬਟ ਹੁਣ ਕਿਸਾਨ ਵੀ ਅੜ ਗਏ ਆ। ਸਾਡੇ ਦਾਦੇ ਬੈਠੇ ਨੇ ਉੱਥੇ ਜੀ, ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ। ਡੈੱਡ ਬੋਡੀਆਂ ਵੀ ਆ ਰਹੀਆਂ ਨੇ ਉੱਧਰੋਂ, ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਦੇਖ ਲਓ ਇਹ ਹਾਲ ਤੇ ਕੁਝ ਦਿਖਦਾ ਨਹੀਂ। ਜਿੱਦਾਂ ਮੰਤਰੀ ਆਣ ਕੇ 10ਵਾਂ ਗੇਟ ਚੱਲਣ ਡਿਆ, ਕੋਈ ਉਹ ਆਪਣੀ ਜਿੱਦ ਕਰੀ ਜਾਂਦੇ ਕਿਸਾਨਾਂ ਦੀ ਵਜ੍ਹਾ ਕਿ ਇਹ ਕਾਨੂੰਨ ਰੱਦ ਕਰੋ। ਤੇ ਵਕੀਲ, ਪੁਲਿਸ, ਸਾਡੇ ਆਪਣੇ ਫੌਜੀ ਵੀਰ ਸਾਡੇ ਸਾਰੇ ਉੱਥੇ ਪਹੁੰਚ ਗਏ। ਹਰ ਇੱਕ ਕਹਿ ਰਿਹਾ ਵੀ ਨਹੀਂ ਹੈਗੇਗਾ ਇਹ ਬਿੱਲ ਠੀਕ। ਕਿੱਦਾਂ ਸਰਕਾਰ ਹੁਣ ਇਕੱਲੀ ਸਰਕਾਰ ਹੀ ਸਿਆਣੀ ਹੈ? ਬਹੁਤ ਗਲਤ ਹੋ ਰਿਹਾ ਜੀ ਇਹ। ਡੈਮੋਕ੍ਰੇਸੀ ਨੂੰ ਸਰਾਸਰ ਖਤਮ ਕਰਨ ਦੀ ਹੋ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ, ਹਮਦਰ ਟੀਵੀ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡੇ ਨਾਲ ਕਮਲਦੀਪ ਕੌਰ। ਖੇਤੀ ਕਾਨੂੰਨਾਂ ਦਾ ਰੇੜਕਾ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਲਗਾਤਾਰ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ ਤੇ ਇਹੀ ਗੱਲ ਆਖ ਰਹੇ ਨੇ ਕਿ ਅਸੀਂ ਆਪਣੇ ਹੱਕ ਲੈ ਕੇ ਵਾਪਸ ਮੁੜਾਂਗੇ। ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਬੈਠੇ ਨੇ, ਨੌਜਵਾਨ ਬੈਠੇ ਨੇ, ਬਜ਼ੁਰਗ ਬੈਠੇ ਨੇ ਤੇ ਬੱਚੇ ਵੀ ਬੈਠੇ ਨੇ, ਔਰਤਾਂ ਵੀ ਬੈਠੀਆਂ ਨੇ ਤੇ ਆਪਣੇ ਹੱਕ ਦੇ ਲਈ ਡਟੇ ਹੋਏ ਨੇ। ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦਾ ਜਿਹੜਾ ਰਵੱਈਆ ਉਹ ਅੜੀਅਲ ਹੈ। ਇਸ ਸੰਬੰਧੀ ਅਸੀਂ ਕੁਝ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਅਸੀਂ ਪਹੁੰਚੇ ਹੋਏ ਹਾਂ ਜੀ ਚੰਡੀਗੜ੍ਹ ਸੁਖਨਾ ਲੇਕ ਤੇ ਕੁਝ ਨੌਜਵਾਨ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਕਮਲਦੀਪ ਹੈ ਜੀ। ਕਮਲਦੀਪ, ਕਿੱਥੋਂ ਆਏ ਹੋ ਤੁਸੀਂ? ਫਤਿਹਗੜ੍ਹ ਸਾਹਿਬ ਤੋਂ ਆਏ। ਫਤਿਹਗੜ੍ਹ ਸਾਹਿਬ ਤੋਂ। ਕਮਲਦੀਪ ਜੀ, ਪਤਾ ਹੀ ਹੈ ਤੁਹਾਨੂੰ ਹੈ ਨਾ, ਕੋਈ ਇਹ ਚੀਜ਼ ਤੋਂ ਆਪਾਂ ਲੁਕੇ ਨਹੀਂ, ਪੂਰੀ ਦੁਨੀਆ ਜਾਣਦੀ ਹੈ ਕਿ ਕਿਸਾਨੀ ਅੰਦੋਲਨ ਸਿਖਰਾਂ ਤੇ ਹੈ ਪੂਰਾ। ਤੇ ਤੁਸੀਂ ਕੀ ਕਹੋਗੇ, ਕਿਵੇਂ ਦੇਖਦੇ ਹੋ ਇਹ ਚੀਜ਼? ਸਾਡੇ ਬ੍ਰਦਰ ਨੂੰ ਸਾਰੇ ਬੈਠੇ 4-5 ਮਹੀਨੇ ਹੋ ਗਏ ਸੀ, ਨਾ ਕੋਈ ਮੋਦੀ ਕੋਈ ਦਾਦਾ ਵਾ। ਸਾਡੇ ਆਏ ਵੀ ਮੋਦੀ ਆਪਣੇ ਰੱਦ ਕਰਦੇ ਸਾਰੇ ਸਕੀਮਾਂ, ਠੀਕ ਹੈ ਜੀ। ਪਰ ਕੇਂਦਰ ਸਰਕਾਰ ਤਾਂ ਹਜੇ ਵੀ ਕਹਿ ਰਹੀ ਹੈ ਵੀ ਬਹੁਤ ਸਹੀ ਨੇ ਇਹ ਕਾਨੂੰਨ। ਨਹੀਂ ਕੋਈ ਸਹੀ ਨਹੀਂ ਹੈਗਾ ਜੀ। ਸਾਡੀ ਜ਼ਮੀਨ ਆ, ਸਾਡਾ ਸਾਰਾ ਕੁਝ ਹੈਗਾ ਵਾ, ਉਹ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਨੂੰ ਫਿਰਦਾ ਵਾ ਮੋਦੀ। ਹਾਂਜੀ, ਤੁਹਾਡਾ ਪਰਿਵਾਰ ਪੂਰਾ ਉੱਥੇ ਗਿਆ ਹੋਇਆ? ਹਾਂਜੀ। ਹੁਣ ਮੀਟਿੰਗਾਂ ਵੀ ਇੰਨੀਆਂ ਹੋ ਗਈਆਂ, 9 ਮੀਟਿੰਗਾਂ ਹੋ ਗਈਆਂ। ਸਾਰੇ ਸਾਡੇ ਉੱਥੇ ਪਹੁੰਚੇ ਨੇ। ਹੁਣ ਟਰੈਕਟਰ ਮਾਰਚ ਨੂੰ ਲੈ ਕੇ ਕੀ ਪ੍ਰੋਗਰਾਮ ਆ ਤੁਹਾਡਾ? ਸਾਡਾ ਜੀ ਨਾਲ ਦੇ ਗਏ ਨਹੀਂ ਸੀ, ਅੱਜ ਵੀ ਗਏ ਨੇ, ਸ਼ਾਮ ਨੂੰ ਮੁੰਡੇ ਜਾਣੇ ਨੇ ਅੱਜ। ਹੋਰ ਸਾਡੇ ਪਿੰਡ ਤੋਂ ਜਾ ਰਹੇ ਨੇ। ਹਾਂਜੀ। ਇੱਕ ਹੋਰ ਨੌਜਵਾਨ ਸਾਡੇ ਨਾਲ ਹੈ, ਕੀ ਨਾਮ ਹੈ ਜੀ ਤੁਹਾਡਾ? ਪੰਕਜ ਜੀ। ਅੱਛਾ ਪੰਕਜ ਜੀ, 9 ਮੀਟਿੰਗਾਂ ਹੋ ਗਈਆਂ, 9 ਦੀਆਂ 9 ਰੱਦ ਰਹਿ ਗਈਆਂ ਨੇ। ਕੀ ਕਹੋਗੇ ਤੁਸੀਂ, ਕਿਉਂ ਨਹੀਂ ਮੰਨ ਰਹੀ ਸਰਕਾਰ? ਮੈਂ ਹੁਣ ਸਰਕਾਰ ਬਾਰੇ ਕੁਝ ਨਹੀਂ ਕਿਹਾ ਜਾਂਦਾ ਜੀ, ਕਿਉਂਕਿ ਸਾਰੇ ਲੀਡਰ ਪਾਰਟੀ, ਕਿਉਂਕਿ ਸਾਰੇ ਇੱਕੋ ਹੀ ਨੇ। ਕਿਉਂਕਿ ਕਿਸਾਨਾਂ ਸੁਣਵਾਈ ਬਹੁਤ ਘੱਟ ਹੋ ਰਹੀ ਹੈ ਜੀ। ਪਤਾ ਨਹੀਂ ਕਿਉਂ ਨਹੀਂ ਸੁਣਦੀ ਵੀ ਸਰਕਾਰ। ਹੁਣ ਅੱਜ ਵੀ ਮੀਟਿੰਗ ਪਤਾ ਨਹੀਂ ਹੈ ਸੀ, ਸ਼ਾਇਦ ਕੈਂਸਲ ਹੋ ਗਈ ਹੈ ਜੀ। ਤੋ ਇਸ ਤੋਂ ਇਲਾਵਾ ਹੁਣ ਕੁਝ ਨਹੀਂ ਕਹਿ ਸਕਦੇ ਕਿ ਸਰਕਾਰ ਕਿਉਂ ਨਹੀਂ ਸੁਣਦੀ ਵੀ, ਕਿਉਂ ਨਹੀਂ ਸੁਣਵਾਈ ਹੋ ਰਹੀ। ਸਾਡੇ ਸਰਕਾਰ, ਸਾਡੇ ਬੈਠੇ ਨੇ ਭਰਾ, ਬੈਠੇ ਨੇ ਸਾਡੇ ਦਾਦੇ ਬੈਠੇ ਨੇ ਉੱਥੇ ਜੀ, ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ। ਡੈੱਡ ਬੋਡੀਆਂ ਵੀ ਆ ਰਹੀਆਂ ਨੇ ਉੱਧਰੋਂ, ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਦੇਖ ਲਓ ਪੰਕਜ, ਬਹੁਤ ਮੌਤਾਂ ਹੋ ਗਈਆਂ ਨੇ, ਬੱਚੇ ਬਜ਼ੁਰਗ ਠੰਡ ਦੇ ਵਿੱਚ ਇੰਨੇ ਬੈਠੇ ਨੇ। ਬਹੁਤ ਬੈਠੇ ਨੇ, ਮੈਂ ਕਹਿੰਦਾ ਬਹੁਤ। ਕਿਉਂਕਿ ਸਾਡੇ ਪਿੰਡ ਤੋਂ ਵੀ ਗਿਆ ਸੀ ਜਥਾ, ਇੱਕ ਛੋਟੇ ਛੋਟੇ ਬੱਚੇ ਵੀ ਗਏ ਸੀ ਉਹਨਾਂ ਚੋਂ। ਉਹ ਸਾਡੇ ਜ਼ਿਲ੍ਹੇ 'ਚੋਂ ਵੀ ਜਾਣਗੇ। 22 ਤਰੀਕ ਨੂੰ ਟਰੈਕਟਰ ਜਾ ਰਹੇ ਨੇ ਤੇ ਹੁਣ ਇਕੱਠੇ ਹੋ ਕੇ ਦੇਖਦੇ ਹਾਂ 26 ਤਰੀਕ ਦਾ ਕੀ ਬਣਦਾ ਪਲਾਨ ਉੱਥੇ ਜੀ। ਟਰੈਕਟਰ ਮਾਰਚ ਦੇ ਵਿੱਚ ਪੂਰਾ ਤੁਸੀਂ ਦੇਣਾ ਸਹਿਯੋਗ? ਹਾਂਜੀ ਜੀ, ਪੂਰਾ ਦੇਵਾਂਗੇ। ਹਾਂਜੀ ਮੈਮ, ਅਸੀਂ ਜਾ ਰਹੇ ਹਾਂ 22 ਤਰੀਕ ਨੂੰ ਜਾ ਰਹੇ ਹਾਂ ਅਸੀਂ ਟਰੈਕਟਰ ਲੈ ਕੇ। ਸਾਰਾ ਇਹ ਪਿੰਡਾਂ ਨੂੰ ਕੀਤਾ ਹੋਇਆ, ਇਹ ਅਪੀਲ ਕੀਤੀ ਹੋਈ ਆ ਕਿ ਵੱਧ ਤੋਂ ਵੱਧ ਪਹੁੰਚੋ ਉੱਥੇ। ਚੱਲਦੇ ਨੇ ਸਾਡੇ ਲੰਗਰ ਵੀ ਚੱਲਦੇ ਨੇ, ਸਾਡੇ ਦੁੱਧ ਦੇ ਲੰਗਰ ਚੱਲਦੇ। ਸਾਡੇ ਪਿੰਡ ਦੁੱਧ ਗਿਆ ਸੀ 2 ਕੁਇੰਟਲ। ਅੱਛਾ, ਪਿੰਡ ਤੋਂ ਪੂਰੀ ਸੇਵਾ ਦਿੱਲੀ ਜਾ ਰਹੀ ਹੈ? ਹਾਂਜੀ, ਕਿੰਨਾ ਦੁੱਧ ਸਾਡੇ ਪਿੰਡ ਦਾ ਸਾਰਾ ਦਿੱਲੀ ਜਾਂਦਾ ਵਾ ਜੀ। ਹਾਂਜੀ, ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਐਨੀ ਠੰਡ ਦੇ ਵਿੱਚ ਬਜ਼ੁਰਗ, ਔਰਤਾਂ, ਬੱਚੇ ਸਾਰੇ ਬੈਠੇ ਨੇ ਲੈ ਕੇ? ਸਾਡੀ ਤਾਂ ਇਹ ਮੋਦੀ ਵੱਲ ਆਈ ਭੂਏ ਲਈ ਜਿਹੜੇ ਇਹਨੇ ਕਾਨੂੰਨ ਕੀਤੇ ਸਾਰੇ ਰੱਦ ਕਰਨੇ ਚਾਹੀਦੇ ਨੇ। ਭਾਜਪਾ ਆਗੂਆਂ ਦਾ ਬੜਾ ਵਿਰੋਧ ਹੋ ਰਿਹਾ ਖੇਤੀ ਕਾਨੂੰਨਾਂ ਨੂੰ ਲੈ ਕੇ। ਭਾਜਪਾ ਦੇ ਮੈਨੂੰ ਕੀ ਕਹੀਏ ਕਿਸੇ ਨੂੰ ਜੀ। ਕਿਸੇ ਨੂੰ ਨਾ ਮਾੜਾ ਕਹਿ ਸਕਦੇ, ਨਾ ਕਿਸੇ ਨੂੰ ਚੰਗਾ ਕਹਿ ਸਕਦੇ ਆ ਜੀ। ਜੇ ਕਿਸੇ ਨੂੰ ਮਾੜਾ ਕਹੀਏ ਤਾਂ ਗੱਲ ਦੁਖਦੀ, ਜੇ ਕਿਸੇ ਨੂੰ ਚੰਗਾ ਕਹੀਏ ਤਾਂ ਦੁਖਦਾ ਜੀ। ਕੁਛ ਨਹੀਂ, ਫਸਲ ਆ ਸਾਡਾ ਪੂਰਾ ਰੇਟ ਮਿਲਣਾ ਚਾਹੀਦਾ ਸਾਨੂੰ। ਬਸ ਸਾਡੀ ਕਿੰਨਾ ਵੀ ਸਾਡੀ ਜ਼ਮੀਨ ਦਾ, ਸਾਡੀ ਸਾਰਾ ਕੁਝ ਵੀ ਆ, ਸਾਨੂੰ ਪੂਰਾ ਮਿਲਣਾ ਚਾਹੀਦਾ। ਬਸ ਇਹ ਕਾਨੂੰਨ ਸਾਰਾ ਬੰਦ ਹੋਣੇ ਚਾਹੀਦੇ। ਤੁਹਾਨੂੰ ਲੱਗਦਾ ਹੁਣ ਅਗਲੀ ਮੀਟਿੰਗ ਹੈਗੀ ਹੈ, ਉਹਦੇ ਵਿੱਚ ਕੋਈ ਹੱਲ ਨਿਕਲ ਸਕਦਾ ਕਿਸਾਨ ਆਗੂਆਂ ਤੇ ਕੇਂਦਰ 'ਚ? ਹੋ ਸਕਦਾ ਮੈਂ 50-50 ਚਾਂਸ ਹੈ ਜੀ। ਕਿਉਂਕਿ ਜਿਹੜੇ ਹਿਸਾਬ ਨਾਲ ਸੁਣਵਾਈ ਨਹੀਂ ਹੋ ਰਹੀ ਉਸ ਹਿਸਾਬ ਨਾਲ ਲੱਗਦਾ ਤਾਂ ਹੈ ਨਹੀਂ। ਬਟ ਦੇਖੋ ਹੁਣ ਕੀ ਬਣਦਾ ਜੀ, ਅਗਲੀ ਸੁਣਵਾਈ 'ਚ ਕੀ ਨਹੀਂ ਬਣਦਾ। ਪੰਕਜ, ਤੁਸੀਂ ਨਹੀਂ ਗਏ ਸਹਿਯੋਗ ਦੇਣ ਦਿੱਲੀ? ਮੈਂ ਇੱਕ ਵਾਰੀ ਗਿਆ ਸੀ, ਪਰ ਮੈਂ ਆ ਗਿਆ ਸੀ। ਥੋੜੀ ਫੈਮਿਲੀ 'ਚ ਪ੍ਰੋਬਲਮ ਹੋ ਗਈ ਸੀ, ਤਾਂ ਕਰਕੇ ਮੈਨੂੰ ਵਾਪਸ ਆਉਣਾ ਪੈ ਗਿਆ। ਹੁਣ 22 ਤਰੀਕ ਨੂੰ ਅਸੀਂ ਫੇਰ ਜਾ ਰਹੇ ਹਾਂ ਜੀ।
ਤੇ ਵੱਧ ਤੋਂ ਵੱਧ ਮੈਂ ਅਪੀਲ ਕਰਦਾ ਸੀ ਕਿ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਟਰੈਕਟਰ ਲੈ ਕੇ ਪਹੁੰਚੋ ਕਿ ਜੋ ਵੀ ਰੁਕਾਵਟਾਂ ਆਉਣ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਦੂਰ ਕਰ ਸਕੀਏ ਜੀ। ਧੰਨਵਾਦ। ਸੋ ਇਹ ਨੇ ਜੀ ਨੌਜਵਾਨ ਜੋ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ ਤੇ ਇਹ ਵੀ ਵਾਰ-ਵਾਰ ਕੇਂਦਰ ਸਰਕਾਰ ਨੂੰ ਹੀ ਅਪੀਲ ਕਰ ਰਹੇ ਨੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ ਜਿਹੜੇ ਕਿਸਾਨ ਬੈਠੇ ਨੇ ਉੱਥੇ ਬਜ਼ੁਰਗ ਬੈਠੇ ਨੇ, ਬੱਚੇ ਬੈਠੇ ਨੇ, ਨੌਜਵਾਨ ਬੈਠੇ ਨੇ, ਉਹ ਆਪਣੇ ਹੱਕ ਲੈ ਕੇ ਆਪਣੇ ਘਰਾਂ ਨੂੰ ਪਰਤਣ। ਮਸਲਾ ਖੇਤੀ ਕਾਨੂੰਨਾਂ ਦਾ ਤਾਂ ਅਸੀਂ ਵਿਚਾਰ ਜਾਣ ਰਹੇ ਨੇ ਨੌਜਵਾਨਾਂ ਦੇ ਤੇ ਇੱਕ ਨੌਜਵਾਨ ਹੋਰ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਦੀਪ ਹੈ ਜੀ। ਅਦੀਪ ਜੀ, ਕਿਵੇਂ ਦੇਖਦੇ ਹੋ ਤੁਸੀਂ? ਬਹੁਤ ਵੱਡਾ ਅੰਦੋਲਨ ਹੈ, ਪੂਰੀ ਦੁਨੀਆ ਦੇ ਵਿੱਚ ਚਰਚੇ ਨੇ ਇਸ ਅੰਦੋਲਨ ਦੇ, ਕੋਈ ਹੱਲ ਨਹੀਂ ਨਿਕਲ ਰਿਹਾ, ਕਿਸਾਨ ਬੈਠੇ ਨੇ ਉੱਥੇ, ਕਿਵੇਂ ਦੇਖਦੇ ਹੋ ਚੀਜ਼ ਨੂੰ? ਬਹੁਤ ਗਲਤ ਹੋ ਰਿਹਾ ਜੀ। ਇਹ ਡੈਮੋਕ੍ਰੇਸੀ ਨੂੰ ਸਰਾਸਰ ਖਤਮ ਕਰਨ ਦੀ ਹੋ ਰਿਹਾ ਹੈ, ਕਿਉਂਕਿ ਆਪਣਾ ਜੋ ਸਾਡੇ ਹੱਕ ਆ ਸਾਨੂੰ ਮਿਲ ਨਹੀਂ ਰਹੇ। ਗਲਤ ਹੋ ਰਿਹਾ ਬਹੁਤ। ਸਰਕਾਰ ਨੂੰ ਚਾਹੀਦਾ ਹੈ ਛੇਤੀ ਤੋਂ ਛੇਤੀ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਲਵੇ, ਘੱਟੋ ਘੱਟ ਸੋਲੂਸ਼ਨ ਦੇਣਾ ਚਾਹੀਦਾ। ਸਰਕਾਰ ਹੁਣ ਮੋਦੀ ਹੈ ਪੀਐਮ, ਉਹਨੂੰ ਬੋਲਣਾ ਚਾਹੀਦਾ ਕੁਛ ਨਾ ਕੁਛ। ਤਾਂ ਪ੍ਰਾਈਮ ਮਿਨਿਸਟਰ ਹੈ, ਬੋਲਣਗੇ ਤਾਂ ਹੀ ਲੋਕੀ ਸੁਣਨਗੇ। ਉਹ ਬੋਲਦੇ ਹੀ ਨਹੀਂ ਇਸ ਮੁੱਦੇ ਤੇ ਕੁਛ, ਤੇ ਇਹਦਾ ਸੋਲੂਸ਼ਨ ਕੱਢਣਾ ਚਾਹੀਦਾ। ਇੰਨੇ ਕਿਸਾਨ ਉੱਥੇ ਬੈਠੇ ਆ, ਮੌਤਾਂ ਹੋ ਰਹੀਆਂ ਡੇਲੀ, ਬਹੁਤ ਗਲਤ ਹੋ ਰਿਹਾ। ਦੀਪ ਜੀ, 9 ਮੀਟਿੰਗਾਂ ਹੋ ਗਈਆਂ, 9 ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਕਿਸਾਨ ਆਗੂ ਤੇ ਕੇਂਦਰ ਦੀਆਂ, ਕੀ ਕਹੋਗੇ? ਹੁਣ ਅੜੇ ਪਏ ਆ ਜੀ। ਨਰਿੰਦਰ ਮੋਦੀ ਜੀ ਆਪਣੀ ਗੱਲ ਤੇ ਅੜੇ ਪਏ ਆ। ਉਹਨਾਂ ਨੂੰ ਇਹ ਹੈ ਕਿ ਉਹਨਾਂ ਪਿੱਛੇ ਨਹੀਂ ਹਟਣਾ ਚਾਹੁੰਦੇ, ਬਟ ਹੁਣ ਕਿਸਾਨ ਵੀ ਅੜ ਗਏ ਆ। ਜੇ ਕਿਸਾਨ ਪਿੱਛੇ ਹਟਦੇ ਆ ਤਾਂ ਨਹੀਂ ਹਟਣਗੇ ਕਿਸਾਨ ਵੀ, ਤੇ ਉਹ ਵੀ ਅੜੇ ਪਏ ਆ। ਉਹ ਸਾਰੇ ਦੋਨੋਂ ਮਤਲਬ ਮੋਦੀ ਨੂੰ ਪਿੱਛੇ ਹਟਣਾ ਪੈਣਾ, ਕਿਉਂਕਿ ਉਹਨਾਂ ਨੂੰ ਸਭ ਨੂੰ ਦਿਖ ਰਿਹਾ ਇਹ ਸਰਾਸਰ ਇੱਕ ਆਪਣੇ ਕਾਰਪੋਰੇਟ ਜਿੰਨੇ ਵੀ ਘਰਾਣੇ ਉਹਨਾਂ ਦੇ ਹੱਕ 'ਚ ਜਾ ਰਿਹਾ। ਕਿਸਾਨਾਂ ਦੇ ਹੱਕ 'ਚ ਕੁਝ ਨਹੀਂ ਹੈ। ਜੇ ਤਾਂ ਕਿਸਾਨਾਂ ਦੇ ਹੱਕ ਦੀ 1% ਵੀ ਗੱਲ ਕਰਨ ਤੇ ਕਿਸਾਨ ਸੁਣਨ, ਉਹਨਾਂ ਦੇ ਹੱਕ ਦੀ ਗੱਲ ਹੀ ਨਹੀਂ ਹੋ ਰਹੀ। ਪ੍ਰਦੀਪ ਜੀ, ਹੁਣ ਇੰਨੀਆਂ ਮੀਟਿੰਗਾਂ ਹੋ ਗਈਆਂ, ਰੱਦ ਹੋ ਰਹੀਆਂ ਸਾਰੀਆਂ, ਇੰਨੇ 1.5 ਮਹੀਨਾ ਹੋ ਗਿਆ ਦਿੱਲੀ ਬੈਠਿਆਂ ਨੂੰ, ਕਿਸਾਨਾਂ ਨੂੰ, ਤੇ ਹਜੇ ਵੀ ਕੇਂਦਰ ਤਾਂ ਹਜੇ ਵੀ ਜਿਹੜੇ ਭਾਜਪਾ ਦੇ ਜਿਹੜੇ ਆਗੂ ਨੇ ਹਜੇ ਵੀ ਉਹ ਫਾਇਦੇ ਗਿਣਾ ਰਹੇ ਨੇ ਕਾਨੂੰਨਾਂ ਦੇ। ਨਹੀਂ ਜੀ, ਉਹ ਫਾਇਦੇ ਨਹੀਂ ਗਿਣਾ ਰਹੇ। ਫਾਇਦਾ ਤੁਸੀਂ ਦੇਖੋ, ਉਹਨਾਂ ਨੇ ਇੱਕ ਵੀ ਫਾਇਦਾ ਨਹੀਂ ਦੱਸਿਆ। ਉਹ ਦੱਸ ਰਿਹਾ ਕਿ ਇਹਦਾ ਨੁਕਸਾਨ ਹੈ ਨਹੀਂ, ਉਹ ਸਿਰਫ ਇਹ ਦੱਸ ਰਹੇ ਕਿ ਇਹਦਾ ਕੋਈ ਨੁਕਸਾਨ ਨਹੀਂ ਹੈ, ਬਟ ਫਾਇਦਾ ਕੋਈ ਵੀ ਨਹੀਂ ਹੈਗਾ ਇਹਦਾ। ਫਾਇਦਾ ਉਹ ਖੁਦ ਨਹੀਂ ਦੱਸ ਪਾ ਰਹੇ। ਇਹਦਾ ਉਹਨਾਂ ਨੂੰ ਇਹ ਮਤਲਬ ਦੱਸਣ ਦੀ ਕੋਸ਼ਿਸ਼ ਕਰਦੇ ਕਿ ਇਹਦਾ ਕੋਈ ਨੁਕਸਾਨ ਨਹੀਂ ਹੈ ਤੁਹਾਨੂੰ, ਬਟ ਫਾਇਦਾ ਕੀ ਹੈ ਇਹ ਤਾਂ ਦੱਸਿਆ ਨਹੀਂ ਉਹਨਾਂ ਨੇ ਅਜੇ ਤੱਕ। ਫਾਇਦਾ ਤਾਂ ਕੁਝ ਵੀ ਨਹੀਂ ਇਸ ਕਾਨੂੰਨ ਦਾ। ਕਿਸਾਨ ਅੱਜ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ, ਬਜ਼ੁਰਗਾਂ ਨੂੰ ਲੈ ਕੇ ਉੱਥੇ ਬੈਠੇ ਨੇ ਠੰਡ ਦੇ ਵਿੱਚ, ਮੌਤਾਂ ਵੀ ਹੋ ਰਹੀਆਂ ਨੇ। ਬਹੁਤ ਮੌਤਾਂ ਹੋ ਰਹੀਆਂ ਜੀ, ਬਹੁਤ। ਅਸੀਂ ਵੀ ਗਏ ਸੀ, 2-4 ਦਿਨ ਲਾ ਕੇ ਆ ਜਾਂਦੇ ਆ, ਬਟ ਧੰਨ ਆ ਜੀ ਬਜ਼ੁਰਗ ਸਾਡੇ ਜਿਹੜੇ ਉੱਥੇ ਬੈਠੇ ਆ। ਇੰਨੇ ਦਿਨ ਹੋ ਗਏ ਇਹਨਾਂ ਇੰਨੀ ਠੰਡ ਦੇ ਵਿੱਚ, ਮਤਲਬ ਸਾਡੇ ਵਰਗਿਆਂ ਕੋਲ ਨਹੀਂ ਰਿਹਾ ਜਾਂਦਾ। ਇੰਨੇ ਬਜ਼ੁਰਗ ਇੰਨੀ ਠੰਡ 'ਚ ਰਹਿਣ ਦੇ, ਧੰਨ ਆ ਜੀ ਉਹਨਾਂ ਦਾ ਜਿਗਰਾ। ਤੇ ਮੌਤਾਂ ਹੋ ਰਹੀਆਂ, ਉਹ ਵੀ ਅੜੇ ਪਏ ਆ। ਹੁਣ ਉਹ ਵੀ ਕਹਿੰਦੇ ਆ ਜੀ ਭਾਵੇਂ ਸਾਲ ਲੱਗੇ, 2 ਸਾਲ ਲੱਗੇ, 3 ਸਾਲ ਸਰਕਾਰ ਹੋਰ ਕਹਿੰਦੇ ਜੀ ਅਸੀਂ 3 ਸਾਲ ਬੈਠਾਂਗੇ। ਉੱਥੇ ਜਿਹੜਾ ਉੱਥੋਂ ਦਾ ਐਟਮੋਸਫੇਅਰ ਹੈ ਨਾ, ਉਹ ਨਾ ਜੋਸ਼ ਪੈਦਾ ਕਰਦਾ। ਜਦੋਂ ਜਾਂਦੇ ਆ ਨਾ ਆਪਾਂ ਨੂੰ ਅੰਦਰੋਂ ਪਤਾ ਲੱਗਦਾ, ਖੂਨ ਖੁੱਲਦਾ ਕਿ ਬਈ ਹੁਣ ਤਾਂ ਅੜ ਗਏ ਤਾਂ ਅੜ ਗਏ। ਹੁਣ ਜੇ 3 ਸਾਲ ਬਹਿਣਾ ਪਵੇ, ਬਵਾਂਗੇ ਉੱਥੇ। ਦੀਪ ਜੀ, ਕੀ ਲੱਗਦਾ ਕੀ ਹੱਲ ਨਿਕਲੂਗਾ ਇਸ ਅੰਦੋਲਨ ਦੇ ਵਿੱਚੋਂ? ਦੇਖੋ ਜੀ, ਹੱਲ 26 ਜਨਵਰੀ 'ਚ ਜਿੱਦਾਂ ਹੁਣ ਟਰੈਕਟਰ ਮਾਰਚ ਹੈ, ਜਿੱਥੋਂ ਤੱਕ ਲੱਗਦਾ ਜੀ ਆਪਣੇ ਸ਼ਾਇਦ ਕੋਈ ਆਪਣੇ ਸੁਪਰੀਮ ਕੋਰਟ ਨੇ ਆਪਣੇ ਹੱਥ 'ਚ ਲੈ ਲਿਆ ਫੈਸਲਾ। ਸ਼ਾਇਦ ਹੋ ਸਕਦਾ 26 ਤੋਂ ਪਹਿਲਾਂ ਕੋਈ ਸੋਲੂਸ਼ਨ ਨਿਕਲ ਆਵੇ, ਬਟ ਜਿੱਥੋਂ ਤੱਕ ਜੇ ਆਪਾਂ ਸਰਕਾਰ ਦੇ ਉੱਤੇ ਆ, ਸਰਕਾਰ ਕੋਈ ਸੋਲੂਸ਼ਨ ਨਹੀਂ ਕੱਢੇਗੀ ਇਹਦਾ। ਜੇ ਕਿ ਸੁਪਰੀਮ ਕੋਰਟ ਆਪਣੇ ਹੱਥ 'ਚ ਲੈਂਦਾ, ਉਹ ਭਾਵੇਂ ਕੋਈ ਨਾ ਕੋਈ ਸੋਲੂਸ਼ਨ ਇਹਦਾ ਕੱਢ ਦੇ, ਕਾਨੂੰਨ ਰੱਦ ਕਰਨਗੇ, ਕਿਉਂਕਿ ਇਹੀ ਇੱਕ ਸੋਲੂਸ਼ਨ ਆ, ਰੱਦ ਕਰਨੇ ਪੈਣੇ ਉਹਨਾਂ ਨੂੰ। ਜੋ ਰੱਦ ਕਰਨਗੇ ਤਾਂ ਹੀ ਹੋ ਸਕਦਾ 26 ਜਨਵਰੀ ਤੋਂ ਪਹਿਲਾਂ ਕੁਛ ਨਾ ਕੁਛ ਇਹਦਾ ਸੋਲੂਸ਼ਨ ਨਿਕਲ ਆਵੇ। ਸੋ ਨੌਜਵਾਨਾਂ ਦਾ ਵੀ ਇਹੀ ਕਹਿਣਾ ਜੀ, ਕਾਨੂੰਨ ਰੱਦ ਹੋਣੇ ਚਾਹੀਦੇ ਆ, ਫੇਰ ਹੀ ਇਹਦਾ ਕੋਈ ਮਸਲੇ ਦਾ ਹੱਲ ਨਿਕਲੇਗਾ। ਇੱਕ ਬਜ਼ੁਰਗ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ, ਕਿਸਾਨੀ ਅੰਦੋਲਨ ਹੁਣ ਪੂਰੀਆਂ ਸਿਖਰਾਂ ਤੇ ਹੈ, ਬਜ਼ੁਰਗ ਬਹੁਤ ਬੈਠੇ ਨੇ ਉੱਥੇ, ਠੰਡ ਦਾ ਮੌਸਮ ਆ, ਕੀ ਕਹੋਗੇ ਤੁਸੀਂ? ਇਹ ਹੈ ਕਿ ਕਿਸਾਨ ਇੱਕ ਇਹੋ ਜਿਹਾ ਵਾ ਜਿਹੜਾ ਆਪਣੀ ਜਿਣਸ ਦਾ ਭਾਅ ਆਪ ਨਹੀਂ ਬੰਨਦਾ। ਹਰ ਇੱਕ ਦੁਕਾਨਦਾਰ, ਛੋਟੇ ਤੋਂ ਛੋਟਾ ਦੁਕਾਨਦਾਰ, ਛੋਟੇ ਛੋਟਾ ਫੈਕਟਰੀ ਮਾਲਕ, ਜੋ ਵੀ ਆਪਣਾ ਰੇਟ, ਆਪਣਾ ਮੁਨਾਫਾ ਕੱਢ ਕੇ ਉਹਦਾ ਰੇਟ ਬੰਦਾ। ਈਵਨ ਕਿ ਚਾਹ ਵੇਚਣ ਵਾਲਾ ਵੀ, ਉਹ ਵੀ ਆਪਣਾ ਰੇਟ ਮੁਨਾਫਾ ਕੱਢ ਕੇ ਫਿਰ ਰੇਟ ਬੰਦਾ ਵਾ। ਸਿਰਫ ਇੱਕ ਕਿਸਾਨ ਹੀ ਆ ਜਿਹੜਾ ਕਿ ਆਪਣੀ ਜਿਣਸ ਦਾ ਭਾਅ ਆਪ ਨਹੀਂ ਲਾਉਂਦਾ। ਇਹਦੇ ਵਾਸਤੇ ਕਰਜ਼ਾ ਚੁੱਕਣਾ, ਉਹਨਾਂ ਕਰਜ਼ਾ ਉਹ ਜਿਹੜਾ ਵਾਪਸ ਨਹੀਂ ਹੋ ਰਿਹਾ, ਉਹਦੇ ਵਿੱਚ ਖੁਦਕੁਸ਼ੀਆਂ ਕਿਸਾਨ ਕਰ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨੂੰ ਆਪਣਾ ਰੇਟ ਆਪ ਬਣ ਨਹੀਂ ਸਕਦਾ ਇਹ ਚੀਜ਼ ਕਰਕੇ। ਹੁਣ ਜਿਹੜੇ ਕਾਨੂੰਨ ਬਣਾਏ ਆ, ਕਾਨੂੰਨ ਦੇ ਵਿੱਚ ਵੇਖੋ ਕਿ ਇੱਥੋਂ ਜਿਣਸ ਲੈ ਕੇ ਕਿਸਾਨ ਤੇ ਆਪਣੀ ਮੰਡੀ ਤੱਕ ਬੜਾ ਔਖਾ ਲਿਆਉਂਦਾ। ਉਹ ਕਿੱਥੇ ਜਾ ਕੇ ਬੰਬੇ ਜਾਂ ਹੋਰ ਕਿਤੇ ਦੂਸਰੇ ਇਲਾਕੇ ਦੂਰ ਸੂਬਿਆਂ 'ਚ ਕਿੱਦਾਂ ਵੇਚੂਗਾ ਇੰਨਾ ਭਾਰ। ਇੱਕ ਕਿਸਾਨ ਜਿਹੜਾ ਵਾ ਆੜ੍ਹਤੀਆ ਜਿਹੜਾ ਨਾ, ਉਹ ਛੋਟਾ ATM ਆ ਆਪਣੇ ਕਿਸਾਨ ਦਾ। ਜਦੋਂ ਮਰਜ਼ੀ 100-200 ਰੁਪਈਆ ਫੜ ਲਓ, ਜਦੋਂ ਮਰਜ਼ੀ ਉਹਨੂੰ ਵਾਪਸ ਕਰ ਦਿਓ, ਜਿਣਸ ਤੋਂ ਕੱਟ ਕੇ ਆਪਣਾ ਸਭ ਕੁਝ ਕਰਦੇ ਆ।
ਇਹ ਚੀਜ਼ ਆ। ਇਹ ਚਾਹੁੰਦੇ ਆ ਕਿ ਹੁਣ ਇੰਨੀ ਠੰਡ ਦੇ ਵਿੱਚ ਉਮਰ ਵੱਡੀ ਦੇ ਨਾਲ ਵੀ ਬਹੁਤ ਔਖਾ। ਹੁਣ ਮੇਰੀ ਵੀ 83 ਸਾਲ ਉਮਰ ਤੋਂ ਤਾਂ ਆਉਂਦੀ ਆ, ਅਤੇ ਮੈਂ ਵੀ ਉਹ ਠੰਡ ਦੇ ਵਿੱਚ ਬੜਾ ਔਖਾ ਇੱਥੇ ਘਰ ਦੇ ਵਿੱਚ ਰਹਿ ਕੇ। ਜਿਹੜੇ ਉਹ ਬਾਰਡਰ ਦੇ ਉੱਤੇ ਇਹੋ ਜਿਹੀ ਠੰਡਾਂ ਦੇ ਵਿੱਚ ਬੈਠੇ ਆ, ਉਹ ਬਹੁਤ ਮੁਸ਼ਕਿਲ ਆ। ਇਹ ਹੱਲ ਲੱਭਣਾ ਚਾਹੀਦਾ। ਇੱਕ ਅੜੀ ਨਹੀਂ ਕਰਨੀ ਚਾਹੀਦੀ। ਇੰਨੇ ਸਮਰਥਨ ਦੇ ਰਹੇ ਆ ਉਹਦੇ ਹਰ ਪਾਰਟੀਆਂ, ਹਰ ਜੋ ਵੀ ਆ, ਅਤੇ ਇੰਨੀ ਅੜੀ ਨਹੀਂ ਕਰਨੀ ਚਾਹੀਦੀ। ਇਹਨੂੰ ਕਾਨੂੰਨ ਨੂੰ ਬਹਿ ਕੇ ਪਹਿਲਾਂ ਮਹਾਰਾਜ ਦੇ ਨਾਲ ਵਿਚਾਰ ਵਟਾਂਦਰਾ ਕਰਦਾ, ਉਸ ਤੋਂ ਬਾਅਦ ਉਹ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਤੇ ਇਹ ਕਾਨੂੰਨ ਨੂੰ ਲਾਗੂ ਕਰ ਦੇ। ਬਾਬਾ ਜੀ, ਜਿਹੜੇ ਬਾਹਰਲੇ ਮੰਤਰੀ ਨੇ, ਵਿਦੇਸ਼ਾਂ ਦੇ ਮੰਤਰੀ ਨੇ, ਉਹ ਵੀ ਇਹ ਗੱਲਾਂ ਕਹਿ ਰਹੇ ਨੇ ਕਿ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਹਾਂਜੀ, ਪੱਕੀ ਇਹ ਲੋਕਾਂ ਦੀ ਆਵਾਜ਼ ਹੈ। ਲੋਕਾਂ ਦੀ ਸਰਕਾਰ ਚੁਣੀ ਹੋਈ ਹੈ। ਲੋਕਾਂ ਦੀ ਆਵਾਜ਼ ਸੁਣਨੀ ਬਹੁਤ ਹੀ ਹੱਦ ਤੱਕ ਜ਼ਰੂਰੀ ਹੈ ਸਰਕਾਰ ਨੂੰ, ਕਿ ਅਸੀਂ ਨੁਮਾਇੰਦੇ ਹਾਂ ਸਰਕਾਰ ਜਨਤਾ ਦੇ, ਨਾ ਕਿ ਪੱਕੇ ਜਿਹਦਾ ਰਾਜਵਾੜਾ ਸੀ ਉਹ ਨਹੀਂ। ਹੁਣ ਸਰਕਾਰ ਨੂੰ ਆਪ ਜਨਤਾ ਚੁਣਦੀ ਆ ਕਿ ਅਸੀਂ ਸਰਕਾਰ ਅੱਗੇ ਲਿਆਈਏ। ਪਰ ਜਿਹੜੀ ਇਹੋ ਜਿਹੀ ਹੁਣ ਹਾਲਾਤ ਹੋ ਰਿਹਾ, ਇੱਕ ਇਹ ਵੀ ਈਵਨ ਦੱਸਦਾ, ਇਹਨੇ ਫੌਜ ਦਾ ਜੋ ਡੀਏ ਮਿਲਦਾ 6 ਮਹੀਨੇ ਬਾਅਦ ਮਹਿੰਗਾਈ ਭੱਤਾ ਉਹ ਵੀ ਬੰਦ ਕਰਤਾ ਮੋਦੀ ਨੇ। ਉਹ 50% ਜਿਹੜੀ ਆ ਪੈਨਸ਼ਨ ਵੀ ਘੱਟ ਕਰ ਰਿਹਾ ਆਰਮੀ ਦੀ। ਆਰਮੀ ਇੰਨੀ ਤੰਗ ਵਾ ਅੱਜ ਚਾਈਨਾ ਬਾਰਡਰ ਦੇ ਉੱਤੇ, ਇਹੋ ਜਿਹੇ ਹਾਲਾਤ ਵਾ ਕਿ ਇੰਨੀ ਠੰਡ ਦੇ ਵਿੱਚ, ਇੰਨੇ ਬਰਫੀਲੇ ਇਲਾਕੇ ਦੇ ਵਿੱਚ ਉੱਥੇ ਰਹਿਣਾ ਮੁਸ਼ਕਿਲ ਆ। ਸਰਕਾਰ ਤਾਂ ਹਜੇ ਵੀ ਕਹਿ ਰਹੀ ਹੈ ਕਿ ਅਸੀਂ ਦੇਸ਼ ਦਾ ਵਿਕਾਸ ਕਰ ਰਹੇ ਹਾਂ। ਵਿਕਾਸ ਤੋਂ ਜੋ ਪਹਿਲਾਂ ਠੀਕ ਕੀਤਾ ਥੋੜ੍ਹਾ ਜਿਹਾ ਮੋਦੀ ਨੇ 2-3 ਸਾਲ ਕੀਤਾ, ਰੱਖਿਆ ਦੇ ਖੇਤਰ ਦੇ ਵਿੱਚ ਕਾਫੀ ਇਹਨੇ ਸਹਿਯੋਗ ਦਿੱਤਾ। ਬਾਕੀ ਹੁਣ ਆਣ ਕੇ ਥੋੜ੍ਹਾ ਜਿਹਾ ਆ ਜਿਹੜੀਆਂ ਦੀਆਂ ਅੜੀਆਂ ਜਿਹੀਆਂ ਕਰਨ ਲੱਗਾ ਠੀਕ ਨੇ। ਪਰ ਖੇਤੀ ਕਾਨੂੰਨਾਂ ਦਾ ਸਾਰੀ ਦੁਨੀਆ 'ਚ ਵਿਰੋਧ ਹੋ ਰਿਹਾ ਨਾ। ਉਹ ਖੇਤੀ ਤੁਹਾਨੂੰ ਦੱਸਿਆ ਨਾ, ਇੱਕ ਇਹੋ ਜਿਹਾ ਕਿਸਾਨ ਹੈ ਕਿ ਜੋ ਆਪਣੀ ਜਿਣਸ ਦਾ ਭਾਅ ਖੁਦ ਨਹੀਂ ਮੰਨਦਾ। ਇਹਨੂੰ ਦੂਸਰੀ ਗੌਰਮੈਂਟ ਜਾਂ ਹੋਰ ਵਪਾਰੀ ਜਿਹੜੇ ਆ, ਇੱਕ ਇਹ ਆ ਕਿ ਕਣਕ ਝੋਨੇ ਦਾ ਐਮਐਸਪੀ ਮੁੱਲ ਕਰਦੇ ਆ। ਬਾਕੀ ਜਿੰਨੀਆਂ ਜਿਣਸਾਂ ਦਾਲਾਂ ਹੋਈਆਂ ਮੰਡੀ ਦੇ ਵਿੱਚ ਰੁਲਦੀਆਂ, ਉਹਨੂੰ ਵਪਾਰੀ ਖਰੀਦਦਾ ਜਿੰਨੇ ਮਰਜ਼ੀ ਰੇਟ ਲਾ ਲੇ, ਅਤੇ ਉਹਦੇ ਵਾਸਤੇ ਵੀ ਇਹ ਇੱਕ ਮੁੱਲ ਹੋਵੇ, ਅਤੇ ਤਾਂ ਕਿ ਉਹ ਵੀ ਉਹਦਾ ਵੀ ਕੁਛ ਨਾ ਕੁਛ ਮੁਨਾਫਾ। ਸਵਾਮੀਨਾਥਨ ਕਮਿਸ਼ਨ ਬਾਲਿਆ ਸੀ ਇਹਨਾਂ ਨੇ, ਉਹਦੇ ਵਿੱਚ ਵੀ ਇਹਨਾਂ ਨੇ ਦਿੱਤਾ ਸੀ ਕਿਸਾਨ ਨੂੰ ਉਹਦੇ ਖਰਚ ਕੱਢਣ ਤੋਂ ਬਾਅਦ ਇੰਨਾ ਮੁਨਾਫਾ ਦਿੱਤਾ ਜਾਵੇ। ਜੇਕਰ ਇਹ ਸਵਾਮੀਨਾਥਨ ਕਮਿਸ਼ਨ ਲਾਗੂ ਕਰ ਦਿੰਦੇ ਤਾਂ ਕਾਨੂੰਨ ਬਣਾਉਣ ਦੀ ਲੋੜ ਹੀ ਨਹੀਂ। ਬਾਬਾ ਜੀ, ਹਜੇ ਵੀ ਕਿ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ। ਨਹੀਂ, ਕਿਸਾਨਾਂ ਨੂੰ ਉਹ ਤਾਂ ਆਪਣਾ ਮਰਜ਼ੀ ਕਰੀ ਜਾਂਦੇ, ਸਮਝ ਕਿਉਂ ਨਹੀਂ ਆਉਣੀ। ਇਹੋ ਜਿਹਾ ਕਿਸਾਨ ਅੱਗੇ ਵਾਲਾ ਰਹਿ ਨਹੀਂ ਰਿਹਾ। ਬਹੁਤ ਸਮਝਦਾਰ ਕਿਸਾਨ ਹੈ, ਪੜ੍ਹਿਆ ਲਿਖਿਆ ਕਿਸਾਨ ਹੈ, ਕਿ ਇਹ ਨਹੀਂ ਕਿ ਇਹੋ ਜਿਹੇ ਜਿਹੜੇ ਆਪਣੇ ਇੰਨੇ ਮੰਤਰੀ ਵੀ ਪੜ੍ਹੇ ਲਿਖੇ ਨਹੀਂ ਹੋਣੇ ਜਿੰਨੇ ਕਿਸਾਨ ਪੜ੍ਹੇ ਲਿਖੇ ਅੱਜ ਕੱਲ੍ਹ, ਉਹਨਾਂ ਦੇ ਲੜਕੇ ਹੀ ਪੜ੍ਹੇ। ਪਰ ਇੱਕ ਬਾਤ ਦੱਸੂੰ ਕਿ ਇੱਕ ਕਿਸਾਨ ਹੈ ਜਿਹੜਾ ਕਿ ਆਪਣੀ ਗਰੀਬੀ ਦੇ ਕਾਰਨ ਬੱਚਿਆਂ ਨੂੰ ਠੀਕ ਪੜ੍ਹਾਈ ਨਹੀਂ ਕਰ ਸਕਦਾ। ਜਿਹੜੇ ਵਪਾਰੀ ਆਦਮੀ ਆ ਜਾਂ ਹੋਰ ਰਨ ਘਰਾਣਿਆਂ ਦੇ ਆਦਮੀ ਆ, ਇਹਨਾਂ ਦੇ ਲੜਕੇ ਕਿਉਂ ਅਫਸਰ ਬਣਦੇ ਨੇ, ਕਿਉਂ ਪੜ੍ਹਾਈਆਂ ਕਰਾਉਂਦੇ ਨੇ, ਬੜੇ ਚੰਗੇ ਯੂਨੀਵਰਸਿਟੀਆਂ 'ਚ ਇਹਨਾਂ ਨੂੰ ਪੜ੍ਹਾਈਆਂ ਕਰਾਉਂਦੇ। ਕਿਸਾਨ ਬਹੁਤ ਔਖਾ, ਕਿਸਾਨ ਦਾ ਘਰ ਵੀ ਬੀਬੀਆਂ ਨੇ ਸਾਹਮਣਾ, ਹੁਣ ਕਿੱਥੇ ਬੈਠੇ ਕਿੱਥੇ ਨਹੀਂ, ਅਤੇ ਹਰ ਇੱਕ ਚੀਜ਼ ਨੂੰ ਸਾਹਮਣਾ ਬੜਾ ਔਖਾ ਵਾ। ਇਹਦੇ ਵੱਲ ਦੇਖਭਾਲ ਨਹੀਂ ਕਰਦੇ ਕਿ ਕਿਸਾਨ ਨੂੰ ਕੀ ਬਚਤ ਹੁੰਦੀ ਆ ਜਾਂ ਨਹੀਂ ਹੁੰਦੀ। ਉਹਦੇ ਥੱਲੇ ਕਰਜ਼ਾ ਲੈ ਲੈਂਦੇ ਆ, ਇਹ ਲਿਮਟਾਂ ਬੰਨ੍ਹਤੀਆਂ ਉਤਾਰੀਆਂ ਨਹੀਂ ਜਾਂਦੀਆਂ, ਅਤੇ ਖੁਦਕੁਸ਼ੀਆਂ ਹੁੰਦੀਆਂ, ਕੋਈ ਉੱਥੇ ਬੜਾ ਕੁਛ ਹੁੰਦਾ ਹੈ। ਆਖਰੀ ਸਵਾਲ ਆ ਮੇਰਾ, ਤੁਹਾਨੂੰ ਕੀ ਲੱਗਦਾ ਇਸ ਮਸਲੇ ਦਾ ਹੁਣ ਹੱਲ ਕੀ ਨਿਕਲੂਗਾ ਖੇਤੀ ਕਾਨੂੰਨ ਨਾਲ? ਮੱਲ ਤੇ ਹੱਲ ਤੇ ਕੁਝ ਦਿਖਦਾ ਨਹੀਂ। ਜਿੱਦਾਂ ਮੰਤਰੀ ਜੀ ਆਣ ਕੇ 10ਵਾਂ ਗੇੜ ਚੱਲਣ ਡਿਆ, ਕੋਈ ਉਹ ਆਪਣੀ ਜਿੱਦ ਕਰੀ ਜਾਂਦੇ, ਕਿਸਾਨਾਂ ਦੀ ਵਜ੍ਹਾ ਕਿ ਇਹ ਕਾਨੂੰਨ ਰੱਦ ਕਰੋ। ਅਜੇ ਤੱਕ ਕੁਝ ਦਿਖਦਾ ਨਹੀਂ ਕਿ ਹੱਲ ਹੋਊਗਾ ਜਾਂ ਨਹੀਂ ਹੋਊਗਾ। ਸੋ ਇਹ ਨੇ ਜੀ 83 ਸਾਲ ਦੇ ਬਜ਼ੁਰਗ ਨੇ, ਇਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ, ਕਿਉਂਕਿ ਲੋਕ ਹੀ ਸਰਕਾਰਾਂ ਨੂੰ ਚੁਣਦੇ ਨੇ, ਤੇ ਹੁਣ ਲੋਕਾਂ ਦੀ ਗੱਲ ਵੀ ਜਿਹੜੀ ਹੈਗੀ ਉਹ ਸਰਕਾਰ ਨੂੰ ਸੁਣਨੀ ਚਾਹੀਦੀ ਤੇ ਜਲਦੀ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ। ਸੋ ਚੰਡੀਗੜ੍ਹ ਸੁਖਨਾ ਲੇਕ ਤੇ ਅਸੀਂ ਪਹੁੰਚੇ ਹੋਏ ਹਾਂ ਜੀ। ਮਸਲਾ ਕਿਸਾਨੀ ਦਾ ਲਗਾਤਾਰ ਭਖ ਰਿਹਾ ਹੈ। ਕੁਝ ਨੌਜਵਾਨ ਨੇ, ਅਸੀਂ ਉਹਨਾਂ ਦੇ ਵਿਚਾਰ ਜਾਣਾਂਗੇ। ਕੀ ਨਾਮ ਹੈ ਜੀ ਤੁਹਾਡਾ? ਚਰਨਜੀਤ ਸਿੰਘ ਮੈਮ। ਚਰਨਜੀਤ ਜੀ, ਇਸ ਮਸਲੇ ਤੋਂ ਕੋਈ ਲੁਕੀ ਨਹੀਂ ਹੈਗੀ ਕਿਸੇ ਤੋਂ ਵੀ ਗੱਲ ਹੈ ਨਾ। ਐਡਾ ਵੱਡਾ ਅੰਦੋਲਨ ਚੱਲ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ, ਪੂਰੀ ਦੁਨੀਆ ਇਸ ਦੀ ਤਸਵੀਰ ਦੇਖ ਰਹੀ ਹੈ। ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਡਟੇ ਹੋਏ ਨੇ। ਕੀ ਕਹਿਣਾ ਚਾਹੋਗੇ ਤੁਸੀਂ, ਕਿਵੇਂ ਇੱਕ ਨੌਜਵਾਨ ਇਸ ਅੰਦੋਲਨ ਦੇ ਬਾਰੇ ਕੀ ਸੋਚਦਾ? ਬਸ ਮੈਮ ਹੁਣ ਦੇਖ ਲਓ ਤੁਸੀਂ ਵੀ, ਬੱਚੇ ਇੰਨੇ ਬੈਠੇ ਨੇ, ਜਾ ਕੇ ਮਾਤਾਵਾਂ ਆਪਣੀਆਂ ਮਾਵਾਂ ਬੈਠੀਆਂ, ਭੈਣਾਂ ਬੈਠੀਆਂ ਨੇ ਉੱਥੇ, ਆਪਣੇ ਬਜ਼ੁਰਗ ਬੈਠੇ ਨੇ। ਵੀ ਸਰਕਾਰ ਐਵੇਂ ਵੀ ਤਰੀਕ ਦੇ ਜਾਂਦੀ ਵੀ ਐਂ ਕਰ ਲਾਂਗੇ, ਅੱਜ ਕਰ ਲਓ, 20 ਤਰੀਕ ਦੇ ਦਿੱਤੀ, ਕਦੀ ਹੁਣ 26 ਦਿੱਤੀ ਹੈ ਜੀ, ਹੁਣ 26 ਨੂੰ ਦੇਖ ਲੈਣਾ ਕੀ ਬਣਦਾ। ਸਾਰੀਆਂ 9 ਮੀਟਿੰਗਾਂ ਹੋ ਗਈਆਂ, 9ਵੇਂ ਦੀ 9 ਬੇਸਿੱਟਾਂ ਨਿਕਲੀਆਂ। ਤੁਹਾਨੂੰ ਲੱਗਦਾ ਅਗਲੀ ਮੀਟਿੰਗ 'ਚ ਕੁਝ ਨਿਕਲ ਸਕਦਾ? ਵੀ ਸਾਨੂੰ ਤਾਂ ਇਸ ਮਸਲੇ ਦਾ ਕੋਈ ਹੱਲ ਨਿਕਲਦਾ ਦਿਸਦਾ ਨਹੀਂ ਹੈਗਾ ਜੀ ਅੱਗੇ ਵੀ। ਬਾਕੀ ਦੇਖੋ ਵੀ ਡਟੇ ਹੋਏ ਆ, ਸਾਰੇ ਜਾ ਰਹੇ ਨੇ, ਹੁਣ ਵੀ ਜਾ ਰਹੇ ਨੇ। ਬਾਕੀ ਦੇਖੋ ਕੀ ਬਣਦਾ, ਬਾਕੀ ਉਹ ਤਾਂ ਸਰਕਾਰਾਂ ਤੇ। 26 ਮਾਰਚ ਨੂੰ ਇੱਕ ਵੱਡਾ
ਜਿਹੜਾ 26 ਜਨਵਰੀ ਨੂੰ ਇੱਕ ਵੱਡਾ ਟਰੈਕਟਰ ਮਾਰਚ ਹੋਣ ਜਾ ਰਿਹਾ, ਉਹਦੇ ਲਈ ਤੁਹਾਡਾ ਕੀ ਹੋਏਗਾ ਸਹਿਯੋਗ? ਸਹਿਯੋਗ ਤੇ ਅਸੀਂ ਵੀ ਜਾਣਾ ਹੈ ਤੇ ਆਪਾਂ ਸਾਰੇ ਵੀਰਾਂ ਨੂੰ, ਸਾਡੇ ਭੈਣਾਂ ਨੂੰ, ਸਭ ਨੂੰ ਅਸੀਂ ਬੇਨਤੀ ਕਰਾਂਗੇ ਕਿ ਉੱਥੇ ਹੁੰਮ-ਹਮਾ ਕੇ ਸਾਰੇ ਪਹੁੰਚਣ, ਕਿਉਂਕਿ ਜੇ ਆਪਾਂ ਉੱਥੇ ਜਾਵਾਂਗੇ ਤਾਂ ਉਹਨਾਂ ਦਾ ਹੋਰ ਹੌਸਲਾ ਵਧਣਾ, ਕਿਉਂਕਿ ਠੰਡ ਵੀ ਬਹੁਤ ਹੈ, ਹੁਣ ਮੀਂਹ ਵੀ ਪੈਂਦੇ ਨੇਗੇ। ਆਪਾਂ ਜਿੰਨਾ ਆਪਾਂ ਉਹਨਾਂ ਨੂੰ ਸਹਿਯੋਗ ਕਰਾਂਗੇ, ਆਪਦੇ ਵੱਲੋਂ ਵੱਧ ਸਹਿਯੋਗ ਦੇਈਏ ਉਹਨਾਂ ਨੂੰ, ਉਹਨਾਂ ਦਾ ਹੌਸਲਾ ਵਧੇਗਾ। ਕਿਉਂਕਿ ਹੁਣ ਇੰਨਾ ਵੱਡਾ ਅੰਦੋਲਨ ਹੈ, ਉਹ ਹੌਸਲੇ ਨਾਲ ਹੀ ਚੱਲਦਾ ਹੈ, ਇੱਦਾਂ ਤਾਂ ਨਹੀਂ ਚੱਲਦਾ। ਅਸੀਂ ਵੀ ਜਾ ਕੇ ਆਏ ਪਹਿਲਾਂ, ਹੁਣ ਫੇਰ ਵੀ ਜਾਣਾ ਤੇ ਗੱਲ ਐ ਆ ਵੀ ਵਾਪਸ ਲੈਣਗੇ ਕਿ ਨਹੀਂ, ਲੈਣੇ ਤਾਂ ਪੈਣੇ ਨੇ, ਪਰ ਹੁਣ ਗੱਲ ਇਹ ਆ ਵੀ ਜੇ ਇੱਕ ਉਹਨੂੰ ਚਾਹੀਦਾ ਵੀ ਹੈ, ਕਿਉਂਕਿ ਹੁਣ ਕਹਿੰਦੇ ਨਹੀਂ ਸੀ ਇਹ ਬਣਾਏ ਨੇ ਬਿਲ ਲੋਕਾਂ ਵਾਸਤੇ, ਸਾਰੇ ਹੀ ਤਾਂ ਲੋਕ ਉੱਥੇ ਬੈਠੇ ਨੇ, ਫਿਰ ਲੋਕਾਂ ਜੇ ਬਸਤੀ ਹੈਗਾ ਫਿਰ ਲੋਕ ਕਿਉਂ ਜਾਂਦੇ ਉੱਥੇ? ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਵੀ ਜੇ ਲੋਕੀ ਨਹੀਂ ਖੁਸ਼ ਤਾਂ ਤੁਸੀਂ ਕਿਉਂ ਉਹਨਾਂ ਨੂੰ ਧੱਕੇ ਨਾਲ ਕਿਉਂ ਦੇ ਰਹੇ ਹੋ ਇਹ ਚੀਜ਼? ਇਹ ਗੱਲ ਹੈ ਮੇਨ। ਸਰਕਾਰ ਤਾਂ ਹਜੇ ਵੀ ਕਹਿ ਰਹੀ ਹੈ, ਜਾਂ ਸਰਕਾਰ ਦੀ ਗੱਲ ਕਰ ਲਈਏ ਜਾਂ ਅਸੀਂ ਭਾਜਪਾ ਜਿਹੜੇ ਆਗੂ ਨੇ, ਮੰਤਰੀ, ਉਹਨਾਂ ਦੀ ਗੱਲ ਕਰ ਲਈਏ, ਉਹ ਹਜੇ ਵੀ ਇਹੀ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ, ਉਹਨਾਂ ਦੇ ਵੀ ਫਾਇਦੇਮੰਦ ਨੇ ਇਹ। ਉੱਥੋਂ ਹੀ ਹਰ ਇੱਕ ਆਪਾਂ ਖੇਤਰ ਦੀ ਗੱਲ ਕਰੀਏ, ਉੱਥੇ ਵਕੀਲ, ਪੁਲਿਸ, ਸਾਡੇ ਆਪਣੇ ਫੌਜੀ ਵੀਰ ਸਾਡੇ ਸਾਰੇ ਉੱਥੇ ਪਹੁੰਚ ਕੇ ਹਰ ਇੱਕ ਕਹਿ ਰਿਹਾ ਵੀ ਨਹੀਂ ਹੈਗੇ ਇਹ ਬਿੱਲ ਠੀਕ। ਤਾਂ ਸਰਕਾਰ ਹੁਣ ਇਕੱਲੀ ਸਰਕਾਰ ਹੀ ਸਿਆਣੀ ਹੈ, ਬਾਕੀ ਇੰਨੇ ਅਸੀਂ ਹੁਣ ਪੜ੍ਹੇ ਲਿਖੇ ਹਾਂ, ਹੁਣ MBA ਕਰ ਰਿਹਾ ਮੁੰਡਾ, ਮੈਂ BCA ਕਰ ਰਿਹਾ, BCA ਹੋ ਗਈ ਮੇਰੀ, ਹੁਣ ਮੈਂ MCA ਕਰਨੀ ਆ। ਸਾਰੇ ਵਕੀਲ ਪਹੁੰਚੇ ਨੇ, ਸਾਡੇ ਵਿਦੇਸ਼ੀ ਵੀਰ ਸਾਰੇ ਪਹੁੰਚੇ ਨੇ। ਹੁਣ ਉਹ ਸਾਰੀ ਪਾਗਲ ਨੇ, ਇਕੱਲੀ ਸਰਕਾਰ, ਇਕੱਲੇ BJP ਠੀਕ ਹੋ ਗਈ। ਤੇ ਪਹਿਲਾਂ ਹੀ ਹੁਣ ਕਾਂਗਰਸ ਵਾਲੇ ਕਹਿੰਦੇ ਹਾਂਜੀ ਵੀ ਅਸੀਂ ਤੁਹਾਡੇ ਨਾਲ ਆ, ਹੁਣ ਇਹੀ ਕਹਿ ਰਹੇ ਨੇ ਵੀ ਇਹ ਤਾਂ ਹੀ ਗਲਤ ਬੈਠੇ ਨੇਗੇ। ਸੋ ਇਹ ਗੱਲ ਨਹੀਂ ਹੋਣੀ ਚਾਹੀਦੀ, ਜਾਂ ਤਾਂ ਆਪਣੇ ਸਟੈਂਡ ਤੇ ਰਹੋ ਨਾ। ਜਦੋਂ ਇਹ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਸਾਰੇ ਪਹੁੰਚਦੇ ਨੇ, ਹਾਂਜੀ ਅਸੀਂ ਤੁਹਾਡੇ ਨਾਲ ਆ, ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ। ਉੱਤੇ ਜਦ ਵਾਰੀ ਆਉਂਦੀ ਆ ਆਪਣੀ, ਫਿਰ ਆਪਦਾ ਪੱਲਾ ਚੱਕ ਲੈਂਦੇ ਨੇ। ਇਹ ਗੱਲ ਨਹੀਂ ਹੋਣੀ ਚਾਹੀਦੀ। ਵਿੱਚ ਦੀ ਇਹ ਵੀ ਕਹਿਣ ਲੱਗੇ ਜੀ ਅੰਦੋਲਨ ਦੇ ਵਿੱਚ ਤਾਂ ਅੱਤਵਾਦੀ ਵੜ ਗਏ, ਵਿੱਚ ਖਾਲਿਸਤਾਨੀ ਵੜ ਗਏ, ਬੜੇ ਇਲਜ਼ਾਮ ਵੀ ਲੱਗੇ ਨੇ ਅੰਦੋਲਨ ਜੀ। ਭੜਕਾ ਰਹੀ ਹੈ ਸਰਕਾਰ ਜੀ ਬਈ, ਹੁਣ ਕਿਸਾਨ ਨੇ, ਚਲੋ ਠੀਕ ਹੈ ਜੀ, ਜਦੋਂ ਹਿੰਦੂਆਂ ਲਈ ਲੜੇ ਤਾਂ ਫਰਿਸ਼ਤੇ, ਆਪਣੇ ਲੜੇ ਤਾਂ ਅੱਤਵਾਦੀ ਬਣ ਗਏ ਸੀ। ਜੋ ਖਾਲਸਾ ਨੂੰ ਖਾਲਸਤਾਨੀ ਕਹਿ ਦਿੰਦੇ ਨੇ, ਮੁਸਲਮਾਨ ਨੂੰ ਪਾਕਿਸਤਾਨੀ ਕਹਿ ਦਿੰਦੇ ਨੇ। ਜੋ ਆਉਂਦਾ ਜੇ ਕੋਈ ਹਿੰਦੂ ਆਪਣਾ ਸਹਿਯੋਗ ਦਿੰਦਾ ਉਹਨੂੰ ਕਹਿੰਦੇ ਨੇ ਇਹ ਤਾਂ ਦੇਸ਼ ਧਰੋਹੀ ਨੇਗੇ, ਤੇ ਦੇਸ਼ ਦੀ ਨਹੀਂ ਹੈਗੇ। ਹੁਣ ਇਹ ਤਾਂ ਇਹ ਇਕੱਲੀ ਸੇ ਸੈੱਟ ਹੋ ਗਈ ਨਾ ਸਰਕਾਰ, ਇਹ BJP ਵਾਲੇ ਠੀਕ ਹੋ ਗਏ, ਬਾਕੀ ਦੇ ਸਾਰੀ ਦੁਨੀਆ ਹੀ ਐਂ ਤੁਰੀ ਫਿਰਦੀ ਹੈ। ਬਹੁਤ ਸਾਰੀਆਂ ਬਜ਼ੁਰਗ ਬੈਠੇ ਨੇ, ਬਹੁਤ ਸਾਰੀਆਂ ਮਾਤਾਵਾਂ ਭੈਣਾਂ ਬੈਠੀਆਂ ਨੇ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਬੈਠੇ ਨੇ, ਕੀ ਕਹੋਗੇ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ, 26 ਜਨਵਰੀ ਨੂੰ ਵੀ ਆਪਾਂ ਨੂੰ ਜਾਣਾ ਚਾਹੀਦਾ ਜੀ। ਆਪਾਂ ਪਹਿਲਾਂ ਵੀ ਗਏ ਆ, ਇੱਥੋਂ ਜਾ ਕੇ ਵੀ ਜਾਵਾਂਗੇ। ਪਹਿਲਾਂ ਸਾਨੂੰ ਆਪਾਂ ਨੂੰ ਉੱਥੇ ਜਾਣਾ ਚਾਹੀਦਾ, ਆਪਣਾ ਭੈਣਾਂ ਬੈਠੀਆਂ ਨੇ, ਮਾਤਾਵਾਂ ਬੈਠੀਆਂ ਨੇ, ਪਿਓ ਦਾਦਿਆਂ ਦੀ ਉਮਰ ਦੇ ਸਾਰੇ ਬੈਠੇ ਨੇ, ਹੌਸਲਾ ਦੇਣਾ ਚਾਹੀਦਾ ਆਪਾਂ ਨੂੰ, ਆਪ ਨੂੰ ਜਾਣਾ ਚਾਹੀਦਾ ਹੈ, ਹੋਰ ਵੀ ਵੀਰਾਂ ਨੂੰ ਜਾਣਾ ਚਾਹੀਦਾ ਹੈ। ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ, ਹਿੱਸਾ ਇਹ ਪਾਉਣਾ ਚਾਹੀਦਾ ਹੈ। ਕੋਈ ਮੌਕੇ ਰੋਜ਼ ਰੋਜ਼ ਨਹੀਂ ਆਉਂਦੇ, ਇਹ ਇੱਕ ਮਕਾਮ ਖੜਾ ਹੋਇਆ ਤੇ ਇੱਕ ਆਪਾਂ ਨੂੰ ਹੱਲ ਕਰਨਾ ਚਾਹੀਦਾ ਇਹਦਾ। ਬਾਕੀ ਸਰਕਾਰ ਨੂੰ ਦੇਖਦੇ ਪਿਆ, ਇਕੱਲੀ ਸਰਕਾਰ ਤੇ ਸਹੀ ਹੋਣੀ, ਵਕੀਲ ਉੱਥੇ ਪਹੁੰਚੇ ਨੇ, ਹੁਣ ਐਵੇਂ ਆਪਦੇ ਵਕੀਲੀ ਛੱਡ ਕੇ ਤਾਂ ਨਹੀਂ ਉੱਥੇ ਪਹੁੰਚੇ, ਜੇ ਪੜ੍ਹੇ ਲਿਖੇ ਨੇ ਤਾਂ ਹੀ ਪਹੁੰਚੇ ਨੇ, ਐਵੇਂ ਬਿਨਾਂ ਗੱਲ ਤੋਂ ਨਹੀਂ ਪਹੁੰਚਿਆ ਜਾਂਦਾ ਹੈਗਾ ਵੀ ਕੀ ਚੀਜ਼ ਹੈ। ਉਹਨਾਂ ਨੂੰ ਚਾਹੀਦਾ ਵੀ ਇਹਦੇ ਬਾਰੇ ਦੇਖੀਏ, ਕਿਉਂਕਿ ਇਹ ਫਰਕ ਕਿਹਦਾ ਸਿਰਫ ਇਕੱਲੀ ਕਿਸਾਨੀ ਤੇ ਨਹੀਂ ਪੈਣਾ, ਹਰ ਇੱਕ ਖੇਤਰ 'ਚ ਫਰਕ ਪਏਗਾ। ਆਪਾਂ ਦੁਕਾਨਦਾਰੀ ਲਾ ਲਈਏ, ਕੋਈ ਛੋਟਾ ਬਿਜ਼ਨਸ ਨੇ, ਸਾਰੇ ਦੇ ਅੰਡਰ ਆਉਣਗੇ, ਕਿਉਂਕਿ ਆਪਣਾ ਪੰਜਾਬ 'ਚ ਮੇਨ ਹੈਗੀ ਖੇਤੀ ਹੈ। ਜੇ ਇਹੀ ਖਤਮ ਹੈ ਤਾਂ ਸਾਰੇ ਪੰਜਾਬ ਖਤਮ ਹੈ, ਕੁਝ ਨਹੀਂ ਰਹੇਗਾ। ਫਸਲਾਂ 'ਚ ਕੀਚਣਗੀਆਂ ਤੇ ਦੁਕਾਨਾਂ ਭਰਨਗੀਆਂ, ਜੇ ਦੁਕਾਨਾਂ ਨਾ ਭਰੀਆਂ ਤੇ ਵਿਕੇਗਾ ਕੀ? ਜੇ ਬੀਜਣਾ ਸ਼ੁਰੂ ਕਰਾਂਗੇ, ਜੇ ਕਿਸਾਨ ਦੀ ਦੀਵਾਲੀ ਨਹੀਂ ਵਧੀਆ, ਨਹੀਂ ਤਾਂ ਪੂਰੇ ਉਹਦੀ ਸ਼ਹਿਰਾਂ ਦੀ ਦੀਵਾਲੀ ਵੀ ਨਹੀਂ ਵਧੀਆ ਜਾਂਦੀ। ਜੇ ਕਿਸਾਨ ਮਰੇਗਾ ਹਰ ਇੱਕ ਬੰਦਾ ਮਰੇਗਾ। ਕਿਸਾਨਾਂ ਤੋਂ ਬਿਨਾਂ ਜਿਹੜੇ ਆਮ ਲੋਕ ਹੈਗੇ ਨੇ ਉਹਨਾਂ ਨੂੰ ਵੀ ਬਹੁਤ ਘੱਟ ਜਿਹੜੀ ਇਹ ਚੀਜ਼ ਦੀ ਨੌਲੇਜ ਹੈ ਵੀ ਇਹਨਾਂ ਦੇ ਲਈ ਹਾਨੀਕਾਰਕ ਆ ਜਾਂ ਫਾਇਦੇਮੰਦ ਨੇ ਕਾਨੂੰਨ। ਉਹ ਤਾਂ ਹੈ ਹੀ ਕਿ ਹੁਣ ਜੇ ਇਹਨਾਂ ਨੇ ਕੀ ਕਰਨਾ, ਇਹਨਾਂ ਨੇ ਸਰਕਾਰ ਨੇ ਕਿਸਾਨਾਂ ਤੋਂ ਲੈ ਕੇ ਸਸਤੇ ਦਾਮ ਤੇ ਵੇਚਣੇ ਮਹਿੰਗੇ ਦਾਮ ਤੇ। ਹੁਣ ਜੇ ਇਹਨਾਂ ਦਾ ਤਾਂ ਆਪਣੀ ਮਰਜ਼ੀ ਹੈ, ਕਿੰਨੇ ਮਰਜ਼ੀ ਮਹਿੰਗਾ ਵੇਚ ਸਕਦੇ ਨੇ। ਇਹਨਾਂ ਦਾ ਕੀ 5 ਰੁਪਏ ਦਾ ਲੈ ਕੇ ਚਾਹੇ 15 ਰੁਪਏ ਦਾ ਵੇਚਣ, 20 ਦਾ ਵੇਚਣ, 50 ਦਾ ਵੇਚਣ, 100 ਦਾ ਵੇਚਣ, ਇਹਨਾਂ ਤੇ ਆਪਣੀ ਮਰਜ਼ੀ ਹੈ। ਫਿਰ ਸੈਕਟਰ ਇੱਕ ਤਰ੍ਹਾਂ ਪ੍ਰਾਈਵੇਟ ਕਰ ਲਿਆ, ਸਾਰੇ ਇਹਨਾਂ ਨੇ ਕਿਸਾਨੀ ਆਪਦੇ ਅੰਡਰ ਲੈ ਲੈਣੀ ਹੈਗੀ, ਫਿਰ ਕਿਸਾਨ ਕਿੱਥੇ ਜਾਏਗਾ? ਸੋ ਇਹਦਾ ਤੇ ਹੱਲ ਹੁਣ ਇਹੀ ਹੈ ਵੀ ਆਪਾਂ ਜਿੰਨਾ ਉੱਥੇ ਪਹੁੰਚੀਏ, ਰੱਦ ਕੀਤੇ ਜਾਣ। ਇੰਨੀਆਂ ਮੀਟਿੰਗਾਂ ਹੋਈਆਂ ਨੇਗੀਆਂ ਸਭ, ਹੁਣ ਦੇਖ ਲਓ ਜੀ, ਆਪਾਂ ਹੁਣ ਤੱਕ ਤਾਂ ਮੈਂ ਕੱਲ ਇੰਟਰਵਿਊ ਦੇਖ ਰਿਹਾ ਸੀਗਾ ਤੇ ਉਹਨਾਂ ਨੇ ਕਹਿ ਰਹੇ ਸੀ ਹੁਣ ਤੱਕ 70-75 ਆਪਣੇ, ਬਹੁਤ ਮਾੜੀ ਗੱਲ ਹੈ ਇਹ ਵੀ, ਸਾਡੇ ਭਾਈ, ਸਾਡੇ ਬਜ਼ੁਰਗ, ਉਹਨਾਂ ਨੇ ਜੋ ਸ਼ਹੀਦੀਆਂ ਪ੍ਰਾਪਤ ਕਰ ਗਏ ਨੇਗੇ, ਤੇ ਉਹ ਬਹੁਤ ਗਲਤ ਗੱਲ ਹੈ। ਸਰਕਾਰ ਨੂੰ ਹੁਣ ਇੱਕ ਵਾਰ ਵੀ ਨਹੀਂ ਇਹ ਗੱਲ ਕਹੀ ਹੈਗੀ ਹਾਂਜੀ ਵੀ ਜੋ ਸਾਡੇ ਸ਼ਹੀਦ ਹੋਏ ਨੇਗੇ, ਸਾਡੇ ਬਾਬੇ ਤੇ ਸਾਡੇ ਭੈਣ, ਸਾਡੇ ਭਾਈ, ਸਾਡੇ ਨਾਲ ਛੋਟੀ ਉਮਰ, ਸਾਡੇ ਨਾਲ ਵੱਡੀ ਉਮਰ ਦੇ, ਇੱਕ ਵਾਰ ਵੀ ਨਹੀਂ ਕਿਹਾ ਵੀ ਹਾਂਜੀ ਸਾਨੂੰ ਉਹਨਾਂ ਲਈ ਦੁੱਖ ਹੈ। ਕਿਉਂ ਨਹੀਂ ਕਿਹਾ? ਵੀ ਉੱਥੇ ਹੁਣ ਅਮਰੀਕਾ 'ਚ ਪ੍ਰੋਟੈਸਟ ਹੋਇਆ ਸੀ, ਉੱਥੇ ਉਦੋਂ ਨਰਿੰਦਰ ਮੋਦੀ ਨੇ ਟਵੀਟ ਕਰਿਆ, ਕਹਿੰਦੇ ਜੀ ਬਹੁਤ ਮਾੜੀ ਗੱਲ ਹੈ ਇਹ। ਤੇ ਜਦ ਆਪ ਇੱਥੇ ਉਹ ਕਰਿਆ ਗਿਆ ਹੈਗਾ, ਹੁਣ ਚੰਡੀਗੜ੍ਹ ਥੋੜ੍ਹਾ ਟਾਈਮ ਪਹਿਲਾਂ ਜਦੋਂ ਪ੍ਰੋਟੈਸਟ ਹੋਇਆ ਸੀਗਾ, ਉਰੇ ਵੀ ਡੰਡੇ ਲਾਠੀ ਚਾਰਜ ਹੋਏਗਾ। ਇਹ ਤੇ ਲੋਕ ਦੂਜੇ ਹੋਰ ਦੇਸ਼ਾਂ ਦੇ ਦਿਖ ਰਹੇ, ਇਹਨਾਂ ਨੂੰ ਆਪਣੇ ਦੇਸ਼ ਦਾ ਨਹੀਂ ਦਿਖਦਾ ਜੋ ਮੇਨ ਗੱਲ। ਵਿੱਚ ਦੀ ਇਹ ਗੱਲ ਵੀ ਚੱਲੀ ਸੀ, ਕਹਿੰਦੇ ਵਿਦੇਸ਼ੀ ਫੰਡਿੰਗ ਹੋ ਰਹੀ ਹੈ ਅੰਦੋਲਨ ਨੂੰ। ਸਾਰਾ ਕੁਝ ਆਪਣੇ
ਮੈਂ ਆਪਣੀ ਇੰਡੀਆ ਦੀ ਗਏ ਨੇ ਵੀਰ ਭਰਾ ਭੈਣਾਂ ਗਈਆਂ ਨੇ, ਉਧਰ ਕਿਹੜਾ ਵਿਦੇਸ਼ੀ ਫੰਡਿੰਗ ਸਰਕਾਰ ਇਹ ਦੇ ਇਲਜ਼ਾਮ ਲੱਗੇ ਸੀ ਨਾ। ਇਲਜ਼ਾਮ ਤੇ ਸਰਕਾਰ ਦੀਆਂ ਗੱਲਾਂ ਨੇ, ਉਹ ਵੀ ਇੱਥੇ ਉਹ ਜਿੰਨੀਆਂ ਗਏ ਨੇ, ਮਰਜ਼ੀ ਉਹ ਕਿਹੜਾ ਕਰਾ ਲਓ, ਜਿੰਨੀਆਂ ਮੀਟਿੰਗਾਂ ਹੁੰਦੀਆਂ ਨੇ ਗੱਲਾਂ ਹੋਣਗੀਆਂ। ਹੁਣ ਆਪਾਂ ਦੇਖਦੇ ਹਾਂ ਹੁਣ ਹਰ ਟਾਈਮ ਇੰਨੇ ਕਾਲਜ ਜਵਾਕ ਨਹੀਂ ਜਿੰਨੇ ਆਇਲਸ ਕਰਕੇ ਜਾ ਰਹੇ ਨੇ ਬਾਹਰ, ਹੁਣ ਉੱਥੇ ਜਾ ਕੇ ਉਹ ਕਿਹੜਾ ਵਿਹਲੇ, ਉਹਨਾਂ ਨੂੰ ਕਿਹੜਾ ਸਰਕਾਰ ਦੇ ਰਹੀ ਹੈ। ਰੋਣਾ ਤਾਂ ਉਹਨਾਂ ਦਾ ਇਹੀ ਗੱਲ ਹੈ ਵੀ ਬਾਹਰ ਜਾਈ ਜਾਂਦੇ ਨੇ ਤੇ ਸਾਡੇ ਹੱਕ ਦੀ ਨਹੀਂ ਗੱਲ ਹੁੰਦੀ। ਰੋਣਾ ਤਾਂ ਇਸੇ ਗੱਲ ਦਾ ਹੀ ਹੈ ਵੀ ਬਾਹਰ ਜਾਈ ਜਾਂਦੇ ਨੇ, ਆਪਣੇ ਹੱਕ ਦੀ ਗੱਲ ਨਹੀਂ ਹੁੰਦੀ। ਇਹ ਖਾਂਦੇ ਨੇ ਪੀਂਦੇ ਨੇ, ਹੁਣ ਕਮਾਈ ਕਰਕੇ ਖਾਂਦੇ ਪੀਂਦੇ, ਸਰਕਾਰ ਥੋੜੀ ਦਿੰਦੀ ਆ। ਇੱਕੋ ਪੱਤਰਕਾਰ ਉਦੋਂ ਕਹਿ ਰਹੀ ਸੀ, ਕਹਿ ਰਹੀ ਵੀ ਕਿਸਾਨਾਂ ਕੋਲ ਇੰਨੇ ਮਹਿੰਗੇ ਟਰੈਕਟਰ ਆ ਗਏ, ਵੀ ਕਰਦੇ ਨੇ ਵੀ ਹਾਰਡ ਵਰਕ ਹੈ, ਕੋਈ ਐਵੇਂ ਤਾਂ ਨਹੀਂ ਹੈਗਾ ਵੀ ਮੰਨ ਲਓ ਜਿਵੇਂ ਵੀ ਕੋਈ ਬੰਦਾ ਕਰਦਾ ਹਾਰਡ ਵਰਕ ਹੈ ਵੀ ਕਰ ਲੈ ਸਕਦੇ ਨੇ, ਕਿਉਂ ਨਹੀਂ ਲੈ ਸਕਦੇ ਵੀ ਜਦ ਕੁਝ ਕਰਨੇ ਮਿਹਨਤ ਕਰਨੇ ਆ ਵੀ, ਜਾਂ ਕੋਈ ਕਿਸੇ ਤੋਂ ਖੋ ਕੇ ਤਾਂ ਨਹੀਂ ਖਾਂਦੇ, ਕਿਸੇ ਤੋਂ ਮਿਹਨਤ ਕਰਨੇ ਆ ਅਕਸਰ ਨੂੰ। ਕੋਲ ਹੈਗਾ ਜੀ, ਹੁਣ ਆਪਣੇ ਕੋਲ ਲੱਖ ਲੱਖ ਦੇ ਫੋਨ ਨੇ, ਸਰਕਾਰ ਨੇ ਤੇ ਨਹੀਂ ਦਵਾਏ, ਲਏ ਤੇ ਆਪਦੀ ਮਿਹਨਤ ਨਾਲ ਹੀ ਨੇ, ਹੁਣ ਬਿਨਾਂ ਗੱਲ ਤੋਂ ਤਾਂ ਨਹੀਂ ਲਏ ਜਾਂਦੇ। ਹੁਣ ਸਰਕਾਰ ਇੱਥੇ ਇੰਨੇ ਲੈਵਲ ਤੇ ਪਹੁੰਚੀ, ਸਰਕਾਰ ਇਕੱਲੀ ਦਿਹਾੜੀ ਕਰਕੇ ਤਾਂ ਨਹੀਂ ਪਹੁੰਚ ਗਈ, ਸਾਡੀ ਕਮਾਈ ਤੋਂ, ਸਾਡੇ ਅਨਾਜ ਤੋਂ, ਸਾਡੇ ਟੈਕਸ ਨੇ, ਸਾਡੇ ਟੈਕਸਾਂ ਤੇ ਹੁਣ ਤੱਕ ਅਸੀਂ, ਹੁਣ ਮੈਂ ਕੋਚਿੰਗ ਲੈ ਰਿਹਾ, ਮੈਨੂੰ ਉਥੇ ਪੋਲਿਟਿਕਸ ਪੜ੍ਹਦੇ ਆਂਗੇ ਤੇ ਸਾਰਾ ਕੁਝ ਸਰਕਾਰ ਹੀ ਆਪਣੇ ਸਿਰ ਤੇ ਆ। ਸਾਡਾ 1 ਰੁਪਈਆ ਆਪਣਾ ਹੈਗਾ, ਸਾਰੇ ਟੈਕਸ ਆਪਣੇ ਨੇ ਉਹਨਾਂ ਦੇ, ਉਹਨੇ ਆਪਣਾ ਖਰਚਾ ਨਹੀਂ ਜਿੰਨਾ ਸਰਕਾਰ ਦਾ ਖਰਚਾ, ਸਭ ਤੋਂ ਵੱਧ ਸਰਕਾਰ ਦਾ ਖਰਚਾ ਆਉਂਦਾ ਹੈਗਾ। ਇਹਨਾਂ ਦੇ ਆਪਣੇ ਜਿਹੜੇ ਮੰਤਰੀ ਨੇ, ਸਾਰਾ ਕੁਝ ਮੰਤਰੀ, ਇਹਨਾਂ ਦੀਆਂ ਤਾਂ ਜੀ ਪੈਨਸ਼ਨਾਂ ਲੱਗਦੀਆਂ ਨੇ। ਸਾਡੇ ਹੁਣ ਇੱਥੇ ਪੁਲਿਸ ਦੇ ਵੀਰ ਨੇ ਹੋਰ ਸਾਰੀ ਪੈਨਸ਼ਨਾਂ ਖਤਮ ਕਰਤੀਆਂ, ਇਹਨਾਂ ਦੀ ਪੈਨਸ਼ਨ ਲੱਖ ਲੱਖ ਦੀ, 50-50 ਹਜ਼ਾਰ ਦੀ। ਇੱਥੇ ਬਜ਼ੁਰਗਾਂ ਪੈਨਸ਼ਨ ਨਹੀਂ ਆਉਂਦੀ ਜੀ, ਛੇਤੀ ਲਾਉਂਦੇ ਨਹੀਂ ਹੈਗੇ ਕਿਸੇ ਦੀ। ਇੱਥੇ ਪਹਿਲਾਂ ਪੈਸੇ ਦੇਣੇ ਪੈਂਦੇ ਨੇ, ਫਿਰ ਆਪਣਾ ਕੰਮ ਹੁੰਦਾ। ਉਹਨਾਂ ਨੂੰ ਤਾਂ ਪੈਨਸ਼ਨ ਹੀ ਆਪ, ਹੁਣ ਇਹਨਾਂ ਦੀ ਤਨਖਾਹ ਹੁੰਦੀ ਹੈ 50-50 ਹਜ਼ਾਰ, ਲੱਖ ਲੱਖ, ਤੇ ਉਦੋਂ ਬਾਅਦ ਲੱਖ ਲੱਖ ਦੀ ਫਿਰ ਇਹਨਾਂ ਨੂੰ ਪੈਨਸ਼ਨ ਲੱਗਦੀ ਹੈ। ਤੇ ਇੱਧਰ ਜਿਹੜੇ ਸਾਡੇ ਪੁਲਿਸ ਵੀਰ ਤੇ ਹੋਰ ਸਾਰੇ ਖੇਤਰਾਂ 'ਚ ਨੇ, ਪੈਨਸ਼ਨਾਂ ਨੇ ਬਹੁਤ ਖਤਮ ਕਰਤੀਆਂ, ਇਕੱਲੇ ਫੌਜੀ ਵੀਰਾਂ ਦੀਆਂ ਰਹਿ ਗਈਆਂ। ਸੋ ਇਹ ਗੱਲ ਵੀ ਸਰਕਾਰ ਨੂੰ ਚਾਹੀਦੀ, ਉਹਨਾਂ ਦਾ ਖਰਚਾ ਜਿਹੜਾ ਚੱਲਦਾ ਉਹ ਸਾਡੇ ਸਿਰ ਤੋਂ ਹੀ ਚੱਲਦਾ, ਉਹ ਕੋਈ ਆਪ ਥੋੜੀ ਕਮਾ ਰਹੇ ਨੇ ਬੈਠੇ ਉੱਥੇ, ਉਹ ਸਾਰੇ ਆਪਣੇ ਸਿਰੋਂ ਆ। ਮੰਤਰੀ ਕਹਿੰਦੇ ਉੱਥੇ ਤਾਂ ਪਿਕਨਿਕ ਮਨਾ ਰਹੇ, ਕਹਿੰਦੇ ਉੱਥੇ ਤਾਂ ਸਭ ਕੁਝ ਖਾਣ ਨੂੰ ਮਿਲ ਰਿਹਾ। ਇਹ ਲੋਕਾਂ ਦੇ ਉੱਥੇ ਨਹੀਂ, ਬਜ਼ੁਰਗ ਸ਼ਹੀਦ ਉਹਨਾਂ ਨੇ ਪਿਕਨਿਕ ਤੇ ਕਿਹੜੇ ਉਹਨਾਂ ਦਾ ਚਾਹ ਆ ਕੋਈ ਵੀ ਅਸੀਂ ਮਰੀਏ ਉੱਥੇ ਜਾ ਕੇ, ਅਸੀਂ ਸ਼ਹੀਦ ਹੋਈਏ ਉੱਥੇ ਜਾ ਕੇ। ਇਹ ਕੋਈ ਚਾਹ ਨੂੰ ਥੋੜੀ ਬੈਠੇ ਨੇ ਉੱਥੇ, ਹੁਣ ਠੰਡ ਹੈ, ਆ ਕੇ ਇੱਕ ਦਿਨ ਬਹਿ ਕੇ ਦੇਖ ਲੈਣ। ਅਗਲਾ ਆਉਂਦਾ ਕੋਈ 2 ਘੰਟੇ ਲਾ ਕੇ ਵਗ ਜਾਏਗਾ, ਹੱਥ ਨੇ ਰਾਤ ਨੂੰ ਰਹਿ ਕੇ ਤਾਂ ਦੇਖੋ ਵੀ ਸੜਕ ਤੇ ਪੈ ਕੇ ਕਿਵੇਂ ਲੱਗਦਾ ਹੈਗਾ, ਠੰਡ ਕਿੰਨੀ ਹੈ ਉੱਥੇ। ਕੱਪੜੇ ਮੀਂਹ ਪੈਂਦਾ ਹੈਗਾ, ਹੁਣ ਠੰਡ 'ਚ ਮੀਂਹ ਪੈ ਜਾਊ, ਆਪਾਂ ਤਾਂ ਰਜਾਈ 'ਚ ਨਹੀਂ ਬੈਠਿਆ ਜਾਂਦਾ ਹੈਗਾ ਉੱਥੇ। ਹੁਣ ਆਪਾਂ ਨੂੰ ਇਹ ਸਰਕਾਰ ਨੂੰ ਚਾਹੀਦਾ ਵੀ ਜੇ ਤੁਸੀਂ ਸਾਥ ਨਹੀਂ ਦੇ ਸਕਦੇ, ਘੱਟੋ ਘੱਟ ਮਾੜਾ ਤਾਂ ਨਾ ਕਹੋ ਨਾ ਉਹਨਾਂ ਨੂੰ। ਇਹ ਆਪਾਂ ਨੂੰ ਸਰਕਾਰ ਨੂੰ ਵੀ ਸੋਚਣਾ ਚਾਹੀਦਾ। ਪਹਿਲਾਂ ਸਰਕਾਰ ਨਾਲ ਹੁੰਦੀ ਹੈ, ਕਦੇ ਫਿਰ ਅੱਡ ਹੋ ਜਾਂਦੇ ਨੇ, ਇੱਕ ਤਰਫ ਹੀ ਨਹੀਂ ਰਹਿੰਦੇ ਹੈਗੇ। ਬਾਕੀ ਇਹਨਾਂ ਦਾ ਇਹ ਸੀ ਵੀ ਹੁਣ ਤੱਕ ਭੁੱਖ ਹੜਤਾਲੀਆਂ ਨਾਲ ਹੀ ਵਾਹ ਪਿਆ ਸੀ, ਹੁਣ ਆਏ ਨੇ ਇਹਨਾਂ ਦੇ ਹੱਕ 'ਚ ਰੱਜ ਹੜਤਾਲੀਏ। ਹੁਣ ਰੱਜ ਹੜਤਾਲੀਆਂ ਨੂੰ ਵੇਖੋ, ਹੁਣ ਖਾਣਾ ਪੀਣਾ ਆਪਦੇ ਲੰਗਰ ਲਾਏ ਨੇ, ਸਰਕਾਰ ਤੋਂ ਤਾਂ ਨਹੀਂ ਕਦੇ ਕੁਝ ਮੰਗਿਆ। ਇੰਨੇ 2 ਮਹੀਨੇ ਹੋ ਚੱਲੇ 3 ਬੈਠਿਆਂ ਨੂੰ, ਇਹ ਤਾਂ ਬਾਬੇ ਨਾਨਕ ਦਾ ਲੰਗਰ, ਇਹ ਤਾਂ ਲੱਗੇ ਗਈ, ਇਹਨਾਂ ਨੂੰ ਵੀ ਉਹਨਾਂ ਦੀ ਮਿਲਦਾ, ਇਹ ਕਿਹੜਾ ਕੋਈ ਵੱਖਰਾ ਬਣਾ ਲਿਆ ਇਹਨਾਂ ਨੇ। ਇਹਨਾਂ ਦੇ ਆਪਦੇ ਮੀਟਿੰਗਾਂ ਦੇ ਵਿੱਚ ਵੀ ਬਹਿ ਕੇ ਜਦੋਂ ਮੀਟਿੰਗਾਂ ਕਰਦੇ ਨੇ, ਖਾਣ ਜਾਂਦੀ ਹੁਣ ਕਿ ਡਿਨਰ ਲੰਚ ਜੋ ਵੀ ਕਰਦੇ ਨੇ ਕਰਦੀ ਨੇ, ਉਹ ਨਹੀਂ ਵਹਿੰਦੇ ਵੀ ਆਉਂਦਾ ਕਿੱਥੋਂ, ਇਹ ਆਪ ਤਾਂ ਨਹੀਂ ਬਣਾ ਲਿਆ ਸਾਰਾ ਕੁਝ, ਨਾਚ ਹੀ ਹੁੰਦਾ। ਉਹ ਗੱਲਾਂ ਦੇ ਰੇਟ ਲਿਆਉਣ, ਸਾਰਾ ਕੁਝ ਕਰਨ। ਤੇ ਜਿਹੜੇ ਲੋਕ ਕਹਿੰਦੇ ਨੇ ਹਾਂਜੀ ਸਾਥ ਨਹੀਂ ਦਿੰਦੇ, ਕਹਿਣ ਦਾ ਭਾਵ ਜਾਂ ਫਿਰ ਉਹਨਾਂ ਦਾ ਵਿਰੋਧ ਕਰਦੇ ਨੇ, ਤੇ ਉਹਨਾਂ ਨੂੰ ਇਹ ਵੀ ਗੱਲ ਸੋਚਣੀ ਚਾਹੀਦੀ ਹੈ ਵੀ ਜੇ ਇਹ ਹੁਣ ਆਪਾਂ ਤੋਂ ਲੈ ਲੈਣਗੇ ਚਲੋ ਘੱਟ ਰੇਟ ਤੇ, ਅੱਗੇ ਜਾ ਜਿਹੜੇ ਵੇਚਣਾ ਹੁਣ ਆਪ ਤੋਂ ਉਦੋਂ ਥੋੜੀ ਘਟਾ ਕੇ ਥੋੜੀ ਵੇਚਣਗੇ, ਵਧਾ ਕੇ ਵੇਚਣਗੇ। ਤੇ ਇਹ ਵੀ ਹੁਣ ਫਿਰ ਵਧੇਗਾ, ਫਿਰ ਮਹਿੰਗਾਈ ਤਾਂ ਤੁਹਾਡੇ ਕੋਲ ਕਿਹੜਾ ਪੈਸੇ ਕਿੱਥੋਂ ਆਉਂਦੇ, ਤੁਹਾਡੇ ਹਰ ਇੱਕ ਕੋਲ ਐਂ ਤਾਂ ਹੈ ਨਹੀਂ ਵੀ ਮਹੀਨੇ ਦਾ ਕਰੋੜ ਲੱਖ ਲੱਖ ਕਮਾ ਲੈਂਦਾ ਬੰਦਾ। ਵਿੱਚ ਹੈਗੇ ਨੇ 10-10 ਹਜ਼ਾਰ ਵਾਲੇ ਵੀ ਨੇ, 20-20 ਹਜ਼ਾਰ ਰੁਪਏ ਕਮਾਉਣ ਵਾਲੇ ਵੀ ਨੇ, ਵਿੱਚ ਕਈਆਂ ਨੂੰ ਇੱਕ ਦਿਨ ਦੀ ਰੋਟੀ ਵੀ ਨਹੀਂ ਮਿਲਦੀ, ਇਹੋ ਜਿਹੇ ਵੀ ਨੇ, ਉਹ ਕਿੱਥੇ ਜਾਣਗੇ ਨਾ। ਇਹ ਵੀ ਸੋਚਣਾ 2000 ਰੁਪਇਆ ਮੋਦੀ ਬਸ ਘੱਲ ਕੇ ਹੀ ਕਹਿੰਦਾ ਵੀ ਹਾਂ ਵੀ ਕਿੰਨਾ ਲਈਦਾ ਵੀ ਮੈਂ 2000 ਰੁਪਇਆ ਘੱਲਿਆ ਅਕਾਊਂਟ ਤੇ, ਬਜ਼ੁਰਗਾਂ 'ਚ ਲਾ ਲਓ, ਬਜ਼ੁਰਗਾਂ ਹਰੇਕ ਨੂੰ ਹੁੰਦਾ 2000 ਨਾਲ ਕੀ ਹੁੰਦਾ, ਬੰਦਾ ਸ਼ਰਟ ਲੈ ਪੈਂਟ ਲੈ ਖਾਣਾ ਪੀਣਾ ਲੱਗ ਰਿਹਾ, ਕੀ ਕਰੇਗਾ 2000 ਦਾ ਬੰਦਾ, ਇਹਨਾਂ ਕੋਲ ਆਪ ਨੂੰ ਦੇਖਣਾ ਚਾਹੀਦਾ। 2000 ਚ ਇੱਕ ਮਹੀਨੇ 'ਚ ਆਪਾਂ 2 ਟਾਈਮ ਦੀ ਰੋਟੀ ਹੈ, 2000 ਦੀ ਰੋਟੀ ਵੀ ਨਹੀਂ ਪੂਰੀ ਹੁੰਦੀ। ਸਰਕਾਰ ਤਾਂ ਕਹਿੰਦੀ ਸੀ ਵਿਕਾਸ ਹੀ ਬਹੁਤ ਕੀਤਾ ਮੁਲਕ 'ਚ, ਕਿੱਥੇ ਦਿਖਦਾ ਸਾਨੂੰ ਤਾਂ, ਕਿਤੇ ਵਿਕਾਸ ਨਹੀਂ ਦਿਖਦਾ ਹੈਗਾ। ਆ ਹੁਣ 5 ਸਾਲ ਹੋ ਗਏ ਦਿੱਲੀ 'ਚ ਝਾੜੂ ਤੇ ਸਾਰਿਆਂ ਨੇ ਆਪ ਜਾ ਕੇ ਮਾਰਿਆ, ਤੇ ਵਿਕਾਸ ਕਿਹੜੀ ਗੱਲ ਦਾ? ਦਿੱਲੀ 'ਚ ਤੇ ਆਪ ਜਾ ਕੇ ਸਾਰਿਆਂ ਨੇ ਝਾੜੂ ਮਾਰੇ ਨੇ, ਸਫਾਈਆਂ ਕੀਤੀਆਂ ਨੇ, ਤੇ ਇਹਨਾਂ ਦਾ ਵਿਕਾਸ ਕਿਹੜੀ ਗੱਲ ਦਾ? ਕਹਿੰਦੇ ਸਾਲਾਂ, ਕਹਿੰਦੇ 1 ਸਾਲ 'ਚ ਇੰਨੀ ਨੌਕਰੀ ਦੇਵਾਂ, ਕਿਹੜੀ ਨੌਕਰੀ ਦਿੱਤੀ? ਹੁਣ ਸਾਡੇ ਅਸੀਂ ਆਪ ਪੜ੍ਹਦੇ, ਅਸੀਂ ਡੀਕ ਰਹੇ ਵੀ ਕੋਈ ਸਾਨੂੰ ਪੋਸਟ ਮਿਲੇ, ਕੋਈ ਨੌਕਰੀ ਕੱਢੇ, ਅਸੀਂ ਦਈਏ ਰੈਸਟ, ਵੀ ਅਸੀਂ ਕਿਤੇ ਲੱਗੀਏ। ਹੁਣ ਪੜ੍ਹੀ ਜਾਂਦੇ ਆ, ਸਟੱਡੀ ਕਰੀ ਜਾਂਦੇ ਆ, ਸਟੱਡੀ ਕਰਕੇ ਜਾਈਏ ਕਿੱਥੇ? ਆ ਫਿਰਦੇ ਆ, ਫਿਰ ਦਿਹਾੜੀ ਤੇ ਆ ਜਾਂਦੇ ਹੈਗੇ। +2 ਕੀਤੀ ਹੈ, +2 ਤੋਂ ਬਾਅਦ ਸਾਲ ਦਾ ਗੈਪ ਹੈ, ਸਾਲ ਦੇ ਗੈਪ ਤੋਂ ਬਾਅਦ BA 3rd ਈਅਰ ਹੈ ਮੇਰਾ, ਫਾਈਨਲ ਈਅਰ ਹੋ ਗਿਆ ਹੁਣ, ਤੇ 4 ਸਾਲਾਂ ਦੇ ਵਿੱਚ ਭਰਤੀ ਨਹੀਂ ਆਈ, ਤੇ ਉਦੋਂ ਬਾਅਦ ਹੋਰ ਕਦੋਂ ਆਏਗੀ? MA 'ਚ ਅਗਲੇ ਸਾਲ ਐਡਮਿਸ਼ਨ ਹੋ ਜਾਣੀ ਹੈ, ਭਰਤੀ ਨਹੀਂ ਆਈ, ਲੋਕਡਾਊਨ ਆ ਗਿਆ, ਕਰੋਨਾ ਆ ਗਿਆ, ਭਰਤੀ ਉਹਨਾਂ ਨੇ ਕੈਂਸਲ ਕਰਤੀ। ਇਹਨਾਂ ਨੇ ਕੀ ਆ, ਭਰਤੀ ਦੀ ਗੱਲ ਕਰਦੇ, ਇੱਕ ਸਬ ਇੰਸਪੈਕਟਰ ਦੀ ਭਰਤੀ ਆਈ, ਤੇ ਉਦੋਂ ਪਹਿਲਾਂ ਕਾਂਸਟੇਬਲ ਦੀ ਵੀ ਭਰਤੀ ਆਈ ਸੀ ਪੰਜਾਬ ਪੁਲਿਸ ਦੀ। ਉਹਨਾਂ ਨੇ ਸਿਰਫ ਉਦੋਂ ਟ੍ਰਾਇਲਾਂ ਵੀ ਹੋਈਆਂ ਸੀ ਮੇਰੇ ਖਿਆਲ ਵਿੱਚ, ਉਦੋਂ ਬਾਅਦ ਉਹ ਵੀ ਨਹੀਂ ਪਤਾ ਲੱਗਿਆ ਕੁਝ ਹੋਇਆ ਕਿ ਨਹੀਂ, ਉਹਨਾਂ ਦਾ ਕੋਈ ਰਿਜ਼ਲਟ ਨਹੀਂ ਅਨਾਉਂਸ ਕੀਤੇ ਗਏ। ਤੇ ਹੁਣ ਹਲੇ ਆ ਰਹੀਆਂ ਨੇ, ਅਸੀਂ ਪਟਵਾਰੀ ਦੀ ਗਈਆਂ ਥੋੜ੍ਹੇ ਟਾਈਮ ਪਹਿਲਾਂ। ਹੁਣ ਹਲੇ ਗੱਲ ਐਂ ਵੀ ਪੈਸੇ ਲੈ ਲੈਂਦੇ ਨੇ, ਭਰਾ ਲੈਂਦੇ ਨੇ, ਵੀ ਉਦੋਂ ਬਾਅਦ ਕੋਈ ਰਿਜ਼ਲਟ ਦਿੰਦੇ ਨਹੀਂ ਹੈਗੇ ਉਸ ਚੀਜ਼ ਦਾ। ਇੱਕ ਵਾਰ ਐਂ ਵੀ ਇਹਨਾਂ ਨੂੰ ਐਂ ਖਾਣ ਪੀਣ ਦਾ ਕੰਮ ਆ, ਪੋਸਟ ਅਸੀਂ ਪੈਸੇ ਦਿੰਦੇ ਆ, ਇਹਨਾਂ ਨੂੰ ਪੈਸੇ ਲੋੜ ਹੁੰਦੀ ਆ ਲੈ ਲੈਂਦੇ ਨੇ, ਬਸ ਚਲੋ ਉਦੋਂ ਸਤਿ ਸ੍ਰੀ ਅਕਾਲ ਜੀ ਇਹਨਾਂ ਦੀ।
ਜੇ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਹੁਣ 9 ਮੀਟਿੰਗਾਂ ਹੋ ਗਈਆਂ, 9ਵੇਂ ਬੇਸਿੱਟਾਂ ਨਿਕਲੀਆਂ ਨੇ, ਕੀ ਲੱਗਦਾ ਤੁਹਾਨੂੰ ਕਦੋਂ ਹੱਲ ਨਿਕਲੂਗਾ ਜਾਂ ਨਿਕਲਣਾ ਚਾਹੀਦਾ ਕਦੋਂ? ਇਹ ਤੇ ਲੰਬੇ ਜਾਂਦੇ ਹੁੰਦੇ ਨੇ, ਇਹ ਤਾਂ ਕੋਈ ਗੱਲ ਨਹੀਂ ਵੀ ਛੇਤੀ ਹੋ ਜਾਏਗਾ, ਹੱਲ ਤੇ ਹੋਏਗਾ, ਇਹ ਕੋਈ ਦਰਾਈ ਨਹੀਂ ਹੈਗੀ ਵੀ ਹੱਲ ਨਹੀਂ ਹੋਊਗਾ। ਮੇਨ ਗੱਲ ਇਹ ਵੀ ਹਾਂ ਟਾਈਮ ਜ਼ਰੂਰ ਲੱਗਦਾ ਜੀ ਇਸ ਚੀਜ਼ ਨੂੰ। ਸ਼ਾਂਤਮਈ ਪ੍ਰਦਰਸ਼ਨ ਹੈ ਇਹ, ਕੋਈ ਉੱਥੇ ਬਹਿ ਕੇ ਕਰਦੇ ਨਾ ਕੋਈ ਉੱਥੇ ਹੱਲਾ ਹੁੰਦਾ ਹੈਗਾ, ਕੋਈ ਐਸੀ ਗੱਲ ਨਹੀਂ ਹੈਗੀ। ਹੁਣ 26 ਨੂੰ ਪ੍ਰੋਟੈਸਟ ਅਸੀਂ ਉਹ ਵੀ ਕਿਹਾ ਵੀ ਇਸ ਦਾ ਸ਼ਾਂਤੀਪੂਰਵਕ ਕਰਨਾ, ਤੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਆਉਣ ਨਹੀਂ ਦਿੰਦੇ, ਉਸ ਚੀਜ਼ ਤੇ ਮੀਟਿੰਗ ਚੱਲ ਰਹੀ ਹੈਗੀ। ਇਹ ਹੁਣ 26 ਨੂੰ ਜਾਣਾ ਤਾਂ ਹੈਗਾ ਪਰੇਡ 'ਚ, ਕਿਉਂਕਿ ਕਿਸਾਨ ਇਹ ਕਹਿੰਦੇ ਇੱਕ ਹੁਣ ਉਹ ਮੈਂ ਸੁਣ ਰਿਹਾ ਸੀਗਾ ਉੱਥੇ ਗੱਲ ਹੋਈ ਸੀ ਵੀ ਕਹਿ ਰਹੇ ਨੇ ਕਿਸਾਨੀ ਜੇ ਆਪਾਂ ਦਿਖਾਵਾਂਗੇ ਉੱਥੇ ਪਰੇਡ 'ਤੇ ਵੀ ਵਧੀਆ ਗੱਲ ਨਹੀਂ ਹੈਗੀ। ਕਿਉਂ ਨਹੀਂ ਹੈਗੀ ਜਦੋਂ ਸਾਰਾ ਦੇਸ਼ ਕਿਸਾਨ ਦੇ ਸਿਰ ਤੇ ਚੱਲ ਰਿਹਾ ਹੈਗਾ। ਹੁਣ ਆਪਾਂ ਲਾ ਲਈ ਸਾਰੇ GDP ਇਹਨਾਂ ਦੇ ਕਿੱਥੇ ਪਹਿਲਾਂ ਕਿੱਥੇ ਸੀਗੇ, ਮੈਂ ਆਪਣੇ ਡਾਕਟਰ ਮਨਮੋਹਨ ਸਿੰਘ ਤੇ ਜਿੰਨਾ ਉਹਨਾਂ ਨੇ ਦੇਸ਼ ਨੂੰ ਅੱਗੇ ਲੈ ਗਿਆ ਉਹਨਾਂ ਮੋਦੀ ਪਿੱਛੇ ਲਈ ਆਉਂਦਾ ਹੈਗਾ, ਮੈਨੂੰ ਲੱਗਦਾ ਹੋਰ ਪਿੱਛੇ ਲੈ ਜਾਏਗਾ। ਸਾਰਾ ਦੇਸ਼ ਦਾ ਕਰਜ਼ਾ ਹੀ ਕਰਦਾ। ਅਖੀਰ ਦੇ ਵਿੱਚ ਪੁੱਛੂਗੀ ਮੈਂ ਤੁਹਾਨੂੰ, ਇਸ ਕਿਸਾਨੀ ਸੰਘਰਸ਼, ਇਸ ਘੋਲ ਦੇ ਵਿੱਚੋਂ ਕੋਈ ਸਾਨੂੰ ਉਮੀਦ ਦੀ ਕਿਰਨ ਮਿਲੂਗੀ? ਕਦੋਂ ਮਿਲੂਗੀ? ਤੁਹਾਡੀ ਕੀ ਉਮੀਦ ਹੈ? ਮਿਹਰ ਤਾਂ ਦੇਣੀ ਪੈਣੀ ਹੈ ਜੀ, ਇਹ ਤਾਂ ਬਿੱਲ ਤਾਂ ਇਹਨੂੰ ਵਾਪਸ ਲੈਣੇ ਪੈਣੇ ਨੇ ਜੀ। ਲਏਗਾ ਕਿਉਂ ਨਾ, ਇਹ ਤਾਂ ਮੋਦੀ ਦਾ ਪਿਓ ਵੀ ਲਏਗਾ ਜੀ। MSP ਕੈਂਸਲ ਨੇ ਤਾਂ ਕਰਨੀ ਪੈਣੀ ਹੈ ਜੀ ਤਾਂ, ਕਿਉਂ ਜਦੋਂ ਕਿਸਾਨਾਂ ਵਾਸਤੇ ਕਹਿ ਰਹੇ ਬਣਾਏ ਨੇ, ਕਿਸਾਨ ਨਹੀਂ ਕਹਿੰਦੇ, ਜਦੋਂ ਕਿਸਾਨਾਂ ਨੂੰ ਨਹੀਂ ਮਨਜ਼ੂਰ ਤਾਂ ਆਪਣੇ ਵਾਪਸ ਲੈ ਲੈਣ। ਇੱਕ ਮਿੰਟ, ਇਹ ਬਿੱਲ ਕਹਿ ਰਹੇ ਨੇ ਵੀ ਬਿੱਲ ਕਿਸਾਨਾਂ ਵਾਸਤੇ ਬਣਾਏ ਨੇ, ਅੰਬਾਨੀ ਅਡਾਨੀ ਵਾਸਤੇ ਬਿੱਲ ਬਣੇ ਨੇ। ਇਹ ਕਹਿ ਰਹੇ ਨੇ ਵੀ ਹਾਂ ਵੀ ਠੀਕ ਹੈ ਆਪਣਾ ਕਿਸਾਨ ਹੈ ਵੀ ਇਹ ਬਿੱਲ ਬਣਾਏ ਗਏ ਨੇ, ਕਿਸਾਨ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਵੇਚ ਸਕਦਾ, ਵੀ ਮਰਜ਼ੀ ਨਾਲ ਵੇਚ ਸਕਦਾ, ਤੁਸੀਂ ਮੰਨ ਕੇ ਚੱਲੋ ਵੀ ਗੱਲ ਠੀਕ ਹੈ। ਇਹ ਕਹਿੰਦੇ ਨੇ ਵੀ ਹੁਣ 1800 ਰੁਪਏ 18-1900 ਰੁਪਏ ਰੇਟ ਹੈ, ਯੂਪੀ ਬਿਹਾਰ 'ਚ ਦੇਖ ਲਓ 1000 ਰੁਪਏ ਨੂੰ ਚੱਕ ਕੋਈ ਚੱਕਦਾ ਹੀ ਨਹੀਂ ਪਿਆ। ਕੇਂਦਰ ਸਰਕਾਰ ਤਾਂ ਕਹਿ ਰਹੀ ਹੈ ਜਿਹੜੀ ਸਟੇਟਾਂ ਦੇ ਵਿੱਚ ਲਾਗੂ ਉਹ ਤਾਂ ਬਹੁਤ ਖੁਸ਼ ਨੇ। ਕਿੱਥੇ ਕੁਝ ਨਹੀਂ, ਮੈਨੂੰ ਦਿਖਾ ਦਿਓ। ਚਲੋ ਯੂਪੀ ਚਲੋ, ਬਿਹਾਰ ਝੋਨਾ ਲਾਣਾ ਇੱਥੇ ਕਿਉਂ? ਉਹ ਇੱਥੇ ਕਿਉਂ ਆ ਰਹੇ ਨੇ? ਜੇ ਉੱਥੇ ਕੁਝ ਹੋਏ, ਕੁਝ ਗਰੀਬੀ ਦੇਖੋ ਕਿੰਨੀ ਹੈ, ਯੂਪੀ 'ਚ ਗਰੀਬੀ ਦੇਖੋ ਕਿੰਨੀ ਹੈ, ਬਿਹਾਰ 'ਚ ਗਰੀਬੀ ਦੇਖੋ ਕਿੰਨੀ ਹੈ। ਕੀ ਹੈ ਉੱਥੇ 1000 ਰੁਪਏ ਨੂੰ ਜਰੀ ਚੱਕ ਰਹੇ ਨੇ। ਜੇ ਆਪਣੇ ਹਰਿਆਣਾ ਪੰਜਾਬ ਦੇ ਵਿੱਚ ਇਹ ਬਿੱਲ ਕਹਿੰਦੇ, ਜੇ ਹਰਿਆਣਾ ਪੰਜਾਬ 'ਚ ਇਹ ਬਿੱਲ ਲਾਗੂ ਹੋ ਗਿਆ ਤੇ ਵੈਸੇ ਵੀ ਖਤਮ ਹੀ ਹੈ। ਉਹਨਾਂ ਲਈ ਤਾਂ ਇਹ ਹੁਣ ਬਿਹਾਰ ਦੀ ਮੈਂ ਇੱਕ ਉਹਨਾਂ ਦੇ ਇੰਟਰਵਿਊ ਸੁਣੀ ਤੀ, ਉਹਨਾਂ ਜਿਹੜੇ ਪ੍ਰੋਟੈਸਟ ਤੇ ਆਏ ਹੋਏ ਤੇ ਕਹਿੰਦੇ ਜਿਵੇਂ ਆਪਾਂ ਨੂੰ ਹੁਣ 2-2000 ਆਏ ਨੇ, ਆਪਾਂ ਨੂੰ ਕੋਈ ਮਤਲਬ ਨਹੀਂ, ਚਲ ਆ ਗਏ ਠੀਕ ਹੈ, ਨਹੀਂ ਜਿਨ੍ਹਾਂ ਨੂੰ ਨਹੀਂ ਆਏ ਨਹੀਂ ਆਏ। ਬਿਹਾਰ ਵਾਲਿਆਂ ਲਈ 2000 ਰੁਪਏ ਆਇਆ, ਕਹਿੰਦੇ ਸਾਨੂੰ ਇੰਨੀ ਖੁਸ਼ੀ ਦੀ ਹੋਤੀ ਕਿਉਂਕਿ ਉਹ 1-1 ਰੁਪਏ ਲਈ ਤਰਸਣ ਲੱਗ ਗਏ। ਆਪਣੇ ਹੁਣ ਇੱਥੇ ਖੁੱਲ੍ਹੇ ਜੇ ਆਪਣੇ ਇਸ ਤਰ੍ਹਾਂ ਉਹ ਲਾਗੂ ਹੁੰਦੇ ਨੇ ਤਾਂ ਆਪਾਂ ਨੂੰ ਬਹੁਤ ਹੱਥ ਘੁੱਟਣਾ ਪੈਣਾ। ਆਪਣੇ ਹੁਣ ਪੰਜਾਬ ਦੇ ਕੀ ਲੋਕ ਨੇ ਖੁੱਲ੍ਹੇ ਡੁੱਲੇ ਨੇ, ਇੰਨਾ ਖਾਣ ਪੀਣ ਖੁੱਲ੍ਹਾ ਹੈਗਾ। ਜੇ ਹੁਣ ਆਪਣਾ ਹੱਥ ਘੁੱਟਾਂਗੇ ਆਪਾਂ ਨੂੰ ਨਹੀਂ ਚੱਲਿਆ ਜਾਣਾ। ਆਪਾਂ ਫਿਰ ਕੀ ਕਰਜ਼ੇ ਚਾਵਾਂਗੇ, ਜ਼ਮੀਨਾਂ ਗਹਿਣੇ ਧਰਾਂਗੇ, ਸਰਕਾਰ ਨੇ ਖਰੀਦ ਲੈਣੀ ਹੈਗੀ ਸਾਰੀ, ਉਹਨਾਂ ਦੀ ਕਿਸਾਨੀ ਨੇ ਹੱਥ 'ਚ ਆ ਗਈ। ਪਲਾਨ ਕੀਤਾ ਇਹ ਪੂਰਾ ਇਹ ਕਿਹੜਾ ਅੱਜ ਦਾ ਨਹੀਂ ਹੈਗਾ। ਇੱਕ ਉਹਨਾਂ ਦਾ ਆਪਦਾ ਪਲਾਨ ਹੈ ਵੀ ਹਾਂ ਵੀ ਪਹਿਲਾਂ ਇਹਨਾਂ ਤੋਂ ਫਸਲ ਲਾਂਗੇ, ਹੁਣ ਝੋਨਾ ਦੇ ਕਣਕ ਦੀ ਜ਼ਿਆਦਾ ਹੋਏ ਆਬਾਦੀ ਹੈ ਨਾ, ਵਿੱਚ ਲੋਕੀ ਲਾਉਂਦੇ ਨੇ, ਕਿਸਾਨ ਲਾਉਂਦੇ ਨੇ, ਬਸ ਉਸ ਤੋਂ ਬਾਅਦ ਇਹਨਾਂ ਨੂੰ ਐਂ ਆ ਵੀ ਝੋਨਾ ਜ਼ਿਆਦਾ ਨਹੀਂ ਹੁਣ ਵੇਚਣਾ, ਜਿਹੜੀ ਚੀਜ਼ ਇਹਨਾਂ ਨੂੰ ਲੋੜ ਹੋਏ ਕਰੇਗੀ ਹੈ ਨਾ, ਮੱਕੀ ਦੀ ਜਾਂ ਕਿਸੇ ਚੀਜ਼ ਦੀ, ਇਹਨਾਂ ਨੇ ਉਹ ਚੀਜ਼ ਲਈ ਆਪਣਾ 6 ਮਹੀਨੇ ਵਾਲੀ ਸਾਲ ਦੀ ਫਸਲ ਦੀ ਕਰਨਗੇ, ਕੰਟਰੈਕਟ ਕਰ ਲੈਣ ਕਰਨਗੇ, ਬਸ ਵੀ ਹਾਂ ਵੀ ਆਪਦੇ ਹਿਸਾਬ ਨਾਲ ਕਰਨਗੇ, ਉਨੀ ਕਮਾਈ ਕਰ ਲੈਣ ਕਰਨਗੇ। ਉਨੀ ਕਮਾਈ ਕਰਕੇ ਜਿੰਨਾ ਹਿਸਾਬ ਨਾਲ ਆਪਣਾ ਲੈ ਕੇ ਵੀ ਲੋਕੀ ਹੁਣ ਇਸੇ ਕਰਕੇ ਆਉਂਦੇ ਵੀ ਸਾਥ ਕਿਸਾਨਾਂ ਨਾਲ ਦੇਣ ਦਾ ਫਾਇਦਾ ਹੈ। ਇਹਨਾਂ ਨੇ ਆਪਣੇ ਤੋਂ ਲੈ ਕੇ ਚੱਲ ਜਿਹੜਾ ਮਰਜ਼ੀ ਰੇਟ ਲੈ ਲੈ, ਮਹਿੰਗਾ ਸਸਤਾ, ਅੱਗੇ ਜਾ ਕੇ ਵੇਚਣਾ ਫਿਰ ਆਪਾਂ ਨੂੰ ਹੀ ਹੈ। ਵੀ ਆਪਾਂ ਨੂੰ ਇਸੇ ਕਰਕੇ ਕਹਿੰਦੇ ਵੀ ਇਹ ਰੱਦ ਕਰਨੇ ਚਾਹੀਦੇ, ਨਾਲ ਤੁਰਨਾ ਚਾਹੀਦਾ। ਦਿੱਲੀ ਜਾਓ, ਭਾਵੇਂ ਘਰਾਂ 'ਚ ਬੈਠੇ ਨੇ ਉਹ ਵੀ ਜਾਓ, ਅਸੀਂ ਵੀ ਜਾਣਾ ਹੈ 26 ਤਰੀਕ ਨੂੰ, ਅਸੀਂ ਵੀ ਜਾਣਾ ਹੈ। ਵੀ ਉਹੀ ਗੱਲ ਹੈ, ਸਾਰੇ ਜਾਓ। ਉਹ ਮੁੜ ਕੇ ਜਿਹੜਾ ਰੇਟ ਵੱਧ ਤੇ ਮਿਲਣਾ ਉਹ ਆਪਾਂ ਨੂੰ ਹੀ ਮਿਲਣਾ, ਇਹ ਨਹੀਂ ਵੀ ਸਰਕਾਰ ਨੇ ਕਿਸੇ ਹੋਰ ਨੂੰ ਦੇ ਆਉਣਾ ਜਾ ਕੇ, ਉਹ ਆਪਾਂ ਨੂੰ ਨਹੀਂ ਮਿਲਣਾ। ਇਸ ਕਰਕੇ ਕਹਿੰਦੇ ਵੀ ਕਿਸਾਨ ਦੇ ਸਾਰੇ ਨਾਲ ਤੁਰੋ, ਬਿੱਲ ਰੱਦ ਕਰਾਓ। ਚੀਜ਼ ਲਈਏ ਤਾਂ ਤੁਸੀਂ 10 ਰੁਪਏ ਤੇ ਲੈ ਲਈਏ, ਤੁਹਾਨੂੰ ਉਹ ਵਾਪਸ ਚਾਹੀਦੀ, ਅਸੀਂ ਤੁਹਾਨੂੰ 100 ਰੁਪਏ 'ਚ ਦਈਏ, ਕਿਵੇਂ ਲੱਗੂ ਤੁਹਾਨੂੰ? ਆਪਣੀ ਮਰਜ਼ੀ। ਹੁਣ ਇੱਕ ਵਾਰ ਸਾਡੀ ਚੀਜ਼ ਹੋ ਗਈ, ਅਸੀਂ ਤੁਹਾਨੂੰ ਵੇਚਣੀ, ਉਹ 100 ਰੁਪਏ ਦੀ ਵੇਚੀਏ, ਤੁਸੀਂ ਕੁਝ ਕਹਿ ਤਾਂ ਨਹੀਂ ਸਕਦੇ ਕਰਕੇ ਸਾਨੂੰ ਵੇਚਤੀ, ਆਪਣੀ ਚੀਜ਼ ਹੋ ਗਈ ਉਹ ਆਪਣੀ ਚੀਜ਼। ਹੁਣ ਆਪਾਂ ਇੱਥੇ ਮਾਲ 'ਚ ਚੱਲ ਜਾਓ, ਉੱਥੇ ਆਪਾਂ ਜੇ ਕੋਈ ਮੱਕੀ ਦੇ ਲੈਣੇ ਆਗੇ ਛੱਲੀਆਂ, ਉੱਥੇ ਵੇਖਿਆ ਤੇ ਮੈਂ ਪੈਕਟ ਘੱਟੋ ਘੱਟ 2 ਛੱਲੀਆਂ 150-200 ਰੁਪਏ ਦੀ ਹੁੰਦੀਆਂ ਨੇ। ਆਪਾਂ ਲਾਂਟੇ ਜਾ ਕੇ ਦੇਖ ਲਓ, ਤੇ ਹੁਣ ਆਪਾਂ ਇੱਥੇ ਰੇਹੜੀ ਤੇ ਲੈ ਲਓ, ਕਿੰਨੇ ਰੁਪਏ? 10 ਰੁਪਏ ਦੀ ਛੱਲੀ ਹੈ। ਹਾਂ, ਅਸੀਂ ਤੋੜ ਕੇ ਲੈ ਜਾਓ ਸਾਤੋਂ ਖੇਤੋਂ ਲਓ। ਸਰਕਾਰ ਕਹਿੰਦੇ ਕਿਸਾਨਾਂ ਨੂੰ ਦੇ ਮਨ 'ਚ ਭਰਮ ਫੈਲਾਇਆ ਜਾ ਰਿਹਾ ਕਿ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਹੋ ਜਾਣਗੀਆਂ, ਉਹਨਾਂ ਦੀਆਂ ਜ਼ਮੀਨਾਂ ਜ਼ਬਤ ਨਹੀਂ ਹੁੰਦੀਆਂ। ਜ਼ਬਤ ਇਹਨਾਂ ਨੇ ਨਹੀਂ ਕਰਨੀ, ਨਹੀਂ ਜ਼ਬਤ ਕੌਣ ਕਰੇਗਾ? ਜ਼ਬਤ ਕਰਨ ਵਾਲੇ ਵੀ ਕਰਮਚਾਰੀ ਇਹਨਾਂ ਦੀ ਸਰਕਾਰ ਹੀ ਹੋਏਗੀ। ਹੁਣ ਐ ਤਾਂ ਹੈ ਵੀ ਮੈਂ ਇਹਨਾਂ ਜਾ ਕੇ ਜ਼ਮੀਨ ਜ਼ਬਤ ਕਰ ਲਾਂਗਾ, ਮੈਂ ਥੋੜੀ ਕਰ ਸਕਦਾ, ਸਰਕਾਰ ਕਰ ਸਕਦੀ, ਉਹਦੇ ਕੋਲ ਅਥਾਰਟੀ ਹੈ ਇਹ ਚੀਜ਼ ਦੀ। ਇਹ ਸੋਚ ਤਾਂ ਇਹਨਾਂ ਦੀਆਂ ਸਿਰਫ ਇੱਕ ਉਲਝਾ ਰਹੇ ਨੇ ਲੋਕਾਂ ਨੂੰ ਵੀ ਹਾਂ ਜੇ ਉਹ ਇਹਨਾਂ ਦਾ ਸਾਥ ਦਿੰਦੇ ਨੇ ਵੀ ਉਹਨਾਂ ਨੂੰ ਐ ਨਾ ਲੱਗੇ ਵੀ ਇਹ ਸਹੀ ਨੇ, ਉਹਨਾਂ ਨੂੰ ਲੱਗੇ ਵੀ ਗਲਤ ਨੇ, ਵੀ ਅਸੀਂ ਸਹੀ ਹਾਂ। ਇਹਨਾਂ ਦਾ ਮਤਲਬ ਇਹੀ ਹੈ ਸਿਰਫ। ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ, ਚਾਹੇ ਅਸੀਂ ਕੈਨੇਡਾ ਲੈ ਲਈਏ, ਚਾਹੇ ਅਮਰੀਕਾ, ਹਰ ਰੋਜ਼ ਕਿਸਾਨਾਂ ਦੇ ਹੱਕ 'ਚ ਰੈਲੀਆਂ ਹੁੰਦੀਆਂ ਨੇ। ਉੱਥੋਂ ਦੇ ਮੰਤਰੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ, ਮੋਦੀ ਸਰਕਾਰ। ਪਤਾ ਕੀ ਹੈ, ਜੇ ਹੁਣ ਇੱਕ ਲੋਕਾਂ ਦੀ ਤਾਂ ਸਰਕਾਰ ਹੀ ਨਹੀਂ ਹੈਗੀ, ਡੈਮੋਕ੍ਰੇਸੀ ਲਈ ਤਾਂ ਸਰਕਾਰ ਹੀ ਨਹੀਂ ਹੈਗੀ ਇਹ। ਜੇ ਲੋਕਾਂ ਦੀ ਹੁੰਦੀ ਉਹਨੂੰ ਹੁਣ ਤੱਕ ਤੇ ਪਤਾ ਲੱਗ ਜਾਂਦਾ ਵੀ ਹਾਂ ਯਾਰ ਇੰਨੇ ਲੋਕ ਬੈਠੇ ਨੇ ਸਾਡੇ ਸੜਕਾਂ ਤੇ ਆਏ ਬੈਠੇ ਨੇ ਕਿਸੇ ਗੱਲ ਵਾਸਤੇ ਨੇ। ਹੁਣ ਇਹਦੇ ਹੱਥ ਮੋਦੀ ਡੋਰ ਕਿਹਦੇ ਹੱਥ? ਅੰਬਾਨੀ ਅਡਾਨੀ ਦੇ ਹੱਥ 'ਚ। ਜੇ ਹੁਣ ਵੋਟਾਂ ਵੱਲੋਂ ਪੈਸਾ ਕਿੱਥੋਂ ਆਉਂਦਾ ਹੈਗਾ? ਉਹਨਾਂ ਕੋਲ ਹੀ ਆਉਂਦਾ ਹੈਗਾ।
ਤੇ ਹੁਣ ਇਹਨਾਂ ਦੀ ਡੋਰ ਉਹਦੇ ਹੱਥ, ਜੇ ਉਹ ਕਹਿਣਗੇ ਤਾਂ ਰੱਦ ਹੋਣਗੇ, ਉਹ ਕਹਿਣਾ ਨਹੀਂ ਉਹਨਾਂ ਨੇ, ਉਹਨਾਂ ਨੂੰ ਕੀ ਫਰਕ ਪੈਣ ਲੱਗਾ ਇਸ ਚੀਜ਼ ਦਾ। ਸੋ ਵਧੀਆ ਗੱਲ। ਹੁਣ ਆਪਾਂ ਰਿਲਾਇੰਸ ਦਾ ਇੱਕ ਮੈਂ ਹੋਰ ਗੱਲ ਕਹਿਣਾ ਵੀ ਇਹਦਾ ਵੀ ਸਾਰੇ ਛੱਡੋ ਰਿਲਾਇੰਸ ਦਾ, ਇਹਨਾਂ ਦਾ ਮੋਦੀ ਦਾ ਬਾਈਕਾਟ ਕਰੋ ਇਹਨਾਂ ਦਾ। ਹੋਰ ਸਿਮ ਬਥੇਰੇ ਨੇ, ਆਪਾਂ ਕੋਈ ਗੱਡਾ ਨਹੀਂ ਖੜਾ ਵੀ ਇਹਨਾਂ 'ਤੇ ਹੀ ਚੱਲਣਾ ਆਪਾਂ। ਪਹਿਲਾਂ ਵੀ ਇਹਨਾਂ ਸਿਰ ਤੇ ਹੁਣ ਆਏ ਨੇ ਥੋੜਾ ਟਾਈਮ ਪਹਿਲਾਂ, 2-3 ਸਾਲ ਪਹਿਲਾਂ ਆਏ ਤੇ ਇਹ ਉਹੀ ਗੱਲ ਹੋਏ ਨਾ, ਪਹਿਲਾਂ ਇਹਨਾਂ ਨੇ ਖੁੱਲਾ ਦੇਣਾ, ਬਾਅਦ 'ਚ ਇਹਨਾਂ ਨੇ ਚੂੜੀ ਕੱਸ ਦੇਣੀ, ਫਿਰ ਆਪੇ ਆਪਾਂ ਔਖਾ ਹੋਣਾ। ਨੈਟ ਪੈਕ ਦੀ ਚਸਕਾ ਹਾਂ, ਪਹਿਲਾਂ ਨੈਟ ਪੈਕ ਪਹਿਲਾਂ ਫ੍ਰੀ ਦਿੱਤਾ, ਫਿਰ ਇਹਨਾਂ ਨੇ ਇਕੱਠੇ ਰੇਟ ਚੱਕੇ ਤੇ 700 ਤੇ, ਪਹਿਲਾਂ ਮਹੀਨੇ ਲਈ ਪਹਿਲਾਂ ਮਹੀਨੇ ਲਈ 300 ਦੀ, ਹੁਣ 700 ਤੇ ਲਿਆਏ ਤੇ ਇਹ। ਸੋ ਇੱਕ ਵਾਰ ਲਾਲਚ ਦੇਣ ਵਾਲੀ ਗੱਲ ਹੁੰਦੀ ਹੈ। ਪਹਿਲਾਂ ਨੇ ਰੇਟ ਵਧੀਆ ਦੇਣੇ ਨੇ, 2-3 ਸਾਲ ਜਦ ਲੰਘ ਗਏ, ਜਦ ਆਮ ਮੰਡੀਆਂ ਟੁੱਟ ਗਈਆਂ, ਉਦੋਂ ਲੋਕਾਂ ਨੂੰ ਜਾਣੋ ਹਟ ਗਏ, ਉਹ ਬੰਦ ਕਰ ਦੇਣਾ, ਫਿਰ ਇਹਨਾਂ ਦੀ ਰੇਟ ਰੱਬ ਦੀ ਮਰਜ਼ੀ ਹੋਏਗੀ ਨੇ। ਸੋ ਸਾਰੇ ਲੋਕਾਂ ਨੂੰ ਚਾਹੀਦਾ ਵੀ ਇੱਕ ਇਕੱਲਾ ਫਰਕ ਕਿਸਾਨੀ ਤੇ ਨਹੀਂ ਪੈਣਾ, ਆਪਣੇ ਘਰਾਂ 'ਤੇ ਹੀ ਪੈਣਾ ਗਾ। ਆਪਾਂ ਹੁਣ ਸਿਲੰਡਰ ਨਹੀਂ 3-4 ਸਾਲ ਹੋ ਗਏ, ਕਿੰਨੇ ਰੇਟ ਵੱਧ ਗਏ ਨੇ। ਜਦ ਦੀ ਇਹ ਤੇ ਉਹ ਸਬਸਿਡੀ ਵਾਲਾ ਸਿਸਟਮ ਹੋਇਆਗਾ, ਪਹਿਲਾਂ ਸਿਲੰਡਰ ਸਾਰੇ 300-400 ਦਾ ਆ ਜਾਂਦੀ, ਹੁਣ 700 ਤੇ ਆਇਆ ਪਿਆ। ਪਹਿਲਾਂ ਕਹਿੰਦੇ 400 ਦੀ ਸਬਸਿਡੀ ਆਏਗੀ, ਫਿਰ 300 ਤੇ, ਹੁਣ ਸਬਸਿਡੀ 150 ਦੀ ਆਉਂਦੀ, 120 ਦੀ ਆਉਂਦੀ ਹੈ। ਸੋ ਇਹਨਾਂ ਨੇ ਤਾਂ ਵਧਾਈ ਜਾਣਾ ਹੈਗਾ, ਔਖੇ ਆਪਾਂ ਹੀ ਹੋਣਾ ਵਿੱਚੋਂ, ਹੋਰ ਨਹੀਂ ਕੋਈ ਹੋਊਗਾ ਔਖਾ। ਸੋ ਨੌਜਵਾਨਾਂ ਦਾ ਵੀ ਇਹੀ ਕਹਿਣਾ ਹੈ ਕਿ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਦੇਸ਼ ਦੇ ਹਰ ਇੱਕ ਨਾਗਰਿਕ ਦੇ ਲਈ ਘਾਤਕ ਨੇ। ਇਸ ਕਰਕੇ ਇਹ ਸਿਰਫ ਕਿਸਾਨੀ ਅੰਦੋਲਨ ਨਹੀਂ ਹੈ, ਇਹ ਜਨ ਅੰਦੋਲਨ ਹੈ ਜਿਸ ਦੇ ਨਾਲ ਹਰ ਦੇਸ਼ ਦਾ ਆਮ ਤੇ ਖਾਸ ਇਨਸਾਨ ਜੁੜਿਆ ਹੋਇਆ। ਇਸ ਲਈ ਕੇਂਦਰ ਨੂੰ ਜਲਦ ਤੋਂ ਜਲਦ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਤਾਂ ਕਿ ਜੋ ਦਿੱਲੀ ਦੀਆਂ ਸਰਹੱਦਾਂ ਤੇ ਜੋ ਬਜ਼ੁਰਗ ਬੈਠੇ ਨੇ, ਜੋ ਕਿਸਾਨ ਬੈਠੇ ਨੇ, ਜੋ ਬੱਚੇ ਬੈਠੇ ਨੇ, ਉਹ ਆਪਣੇ ਹੱਕ ਲੈ ਕੇ ਆਪਣੇ ਘਰਾਂ ਨੂੰ ਪਰਤਣ। ਕੈਮਰਾਮੈਨ ਸਨਮ ਦੇ ਨਾਲ ਕਮਲਦੀਪ ਕੌਰ ਦੀ ਰਿਪੋਰਟ, ਹਮਦਰ ਟੀਵੀ।